ਦੋਹਰਾ ਸਭ ਹਰਬਾਲ ਸਿੱਖ ਤੀਰਥਾ। ਕਵੀ ਜੀ ਕਹਿੰਦੇ ਤੀਰਥਾ ਨਾਮ ਦਾ ਇੱਕ ਸਿੱਖ ਹੈ, ਇਹਦਾ ਨਾਮ ਤੀਰਥ ਹੈ, ਜਾਤ ਗੋਤ ਇਹਦੀ ਸੱਭਰਵਾਲ ਹੈ ਤੇ ਪਿੰਡ ਵੀ ਇਹਦਾ ਸੱਭਰਵਾਲ ਹੈ। ਆਏ ਗੁਰੂ ਕੇ ਪਾਸ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਇਹ ਪਹੁੰਚਿਆ ਹੈ ਗੋਇੰਦਵਾਲ। ਨਮਸਕਾਰ ਕਰ ਬੈਠੇਗਾ। ਸੰਗਤਾਂ ਵਿੱਚ ਬਹਿ ਗਿਆ, ਮਹਾਰਾਜ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਸੰਗਤਾਂ ਦੇ ਵਿੱਚ ਬੈਠ ਗਿਆ ਹੈ। ਤਰਹਿ ਸ਼੍ਰੇਯ ਕੀ ਆਸ ਤੇ ਆਇਆ ਕਿਉਂ ਹੈ ਮਹਾਰਾਜ ਦੇ ਪਾਸ? ਕੋਈ ਪੁੱਤ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਮਾਇਆ ਦੀ ਇੱਛਾ ਰੱਖ ਕੇ ਆਉਂਦਾ ਹੈ। ਇਹ ਭਾਈ ਤੀਰਥਾ ਜੀ ਮਹਾਰਾਜ ਦੇ ਪਾਸ ਮੁਕਤੀ ਦੀ ਇੱਛਾ ਲੈ ਕੇ ਆਏ ਆ ਵੀ ਮਹਾਰਾਜ ਸਾਰੇ ਬੰਧਨਾਂ ਚੋਂ ਮੁਕਤ ਕਰ ਦਿਓ। ਮੁਕਤੀ ਦੀ ਇੱਛਾ ਲੈ ਕੇ ਆਏ ਹਨ। ਸ਼ਾਪਈ ਸ਼੍ਰੀ ਗੁਰ ਮੈਂ ਆਇਓ ਤਵ ਸ਼ਰਨੀ। ਤੇ ਸਤਿਗੁਰਾਂ ਪੁੱਛਿਆ ਵੀ ਕਿਸ ਕਾਰਨ ਆਏ ਹੋ ਭਾਈ? ਭਾਈ ਤੀਰਥਾ ਜੀ ਕਹਿੰਦੇ ਮਹਾਰਾਜ ਮੈਂ ਤੁਹਾਡੇ ਚਰਨ ਸ਼ਰਨ ਤੱਕ ਕੇ ਆਇਆ ਹਾਂ। ਸ਼੍ਰੇਯ ਦੇ ਜੋ ਉਪਦੇਸ਼ਹ ਕਰਨੀ। ਤੇ ਮਹਾਰਾਜ ਕੋਈ ਇਹੋ ਜੀ ਕਰਨੀ ਵਾਲਾ ਉਪਦੇਸ਼ ਬਖਸ਼ੋ ਜਿਹੜੀ ਕਰਨੀ ਦੇ ਨਾਲ ਮੁਕਤੀ ਹੋ ਜਾਵੇ। ਕੋਈ ਇਹੋ ਜੀ ਸੇਵਾ ਲਾਓ ਮਹਾਰਾਜ ਵੀ ਜਿਹਦੇ ਨਾਲ ਮੁਕਤੀ ਪ੍ਰਾਪਤ ਹੋ ਜਾਵੇ। ਕੋਈ ਐਸੀ ਕਰਨੀ ਦਾ ਸੇਵਾ ਦਾ ਉਪਦੇਸ਼ ਬਖਸ਼ਿਸ਼ ਕਰੋ ਜੀ। ਰਾਵਰ ਮੁਖ ਤੇ ਸੁਨਹਿ ਜੁਬੈਨ। ਤੇ ਜਿਹੜੇ ਆਪ ਜੀ ਕੇ ਪਾਵਨ ਸ਼੍ਰੀ ਕੰਠ ਮੁਖ ਤੋਂ ਬਚਨ ਸੁਣ ਲਈਏ। ਬਿਨ ਸਹਿ ਪਾਪ ਹੋਤ ਚਿਤ ਚੈਨ। ਤੇ ਪਾਪ ਸਾਰੇ ਨਾਸ਼ ਹੋ ਜਾਣ, ਚਿੱਤ ਨੂੰ ਸੁਖ ਮਿਲੇ, ਮਨ ਨੂੰ ਸ਼ਾਂਤੀ ਆਵੇ, ਇਹੋ ਜੀ ਮਹਾਰਾਜ ਸਿੱਖਿਆ ਬਖਸ਼ੋ ਜੀ। ਤਬ ਸ੍ਰੀ ਰਾਮਦਾਸ ਉਪਦੇਸਾ। ਉਸ ਸਮੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਫਿਰ ਇਹ ਉਪਦੇਸ਼ ਦਿੱਤਾ ਭਾਈ ਤੀਰਥਾ ਜੀ ਨੂੰ। ਸੱਚ ਸਮ ਅਪਰ ਪੁੰਨ ਨਾ ਵਿਸ਼ੇਸਾ। ਮਹਾਰਾਜ ਕਹਿੰਦੇ ਫਿਰ ਉਪਦੇਸ਼ ਇਹ ਹੈ ਤੀਰਥਾ ਜੀ, ਜਿਹੜਾ ਸੱਚ ਹੈ ਨਾ, ਸੱਚ ਬੋਲਣ ਦੇ ਬਰਾਬਰ ਹੋਰ ਕੋਈ ਵੱਡਾ ਜਿਹੜਾ ਹੈ ਉਪਦੇਸ਼ ਨਹੀਂ ਹੈ। ਸੱਚ ਦੇ ਬੋਲਣ ਦੇ ਬਰਾਬਰ ਕੋਈ ਵਿਸ਼ੇਸ਼ ਪੁੰਨ ਨਹੀਂ ਹੁੰਦਾ ਹੈ। ਸੱਚ ਸਰੂਪ ਪਰਮੇਸ਼ਰ ਕੇਰਾ। ਕਿਉਂਕਿ ਜਿਹੜਾ ਸੱਚ ਤ੍ਰੈ ਕਾਲ ਆਬਾਦ ਸਰੂਪ ਪਰਮੇਸ਼ਰ ਹੈ। ਸੱਚ ਤੇ ਪਾਇਆ ਹੈ ਸਾਚ ਬਸੇਰਾ। ਉਸ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਜਿਹੜਾ ਉਹ ਬਸੇਰਾ ਰਹਿਣਾ ਪਾਈਦਾ, ਉਹ ਸੱਚ ਬੋਲ ਕੇ ਪਾਇਆ ਜਾਂਦਾ। ਜੇ ਕੋਈ ਸੱਚ ਸਰੂਪ ਪਰਮੇਸ਼ਰ ਦੇ ਵਿੱਚ ਅਭੇਦ ਹੋਣਾ ਚਾਹੁੰਦਾ ਹੈ ਤੇ ਇਹ ਭਾਈ ਤੀਰਥਾ ਜੀ ਉਹ ਸੱਚ ਬੋਲੇ। ਸੱਚ ਬੋਲ ਕੇ ਹੀ ਸੱਚ ਨਾਲ ਹੀ ਸੱਚ ਜਿਹੜਾ ਸਰੂਪ ਪਰਮੇਸ਼ਰ ਹੈ ਉਹਦੇ ਵਿੱਚ ਅਭੇਦ ਹੋਈਦਾ ਹੈ, ਵਾਸਾ ਪਾਈਦਾ ਹੈ। ਦੋਹੇ ਲੋਕਨ ਮਹਿ ਸੁਖ ਲਹਿ ਸਾਚੋ। ਬਾਕੀ ਜਿਹੜਾ ਸੱਚ ਬੋਲਣ ਵਾਲਾ ਸੱਚਾ ਹੈ ਉਹ ਦੋ ਜਹਾਨਾਂ ਵਿੱਚ ਸੁਖ ਪ੍ਰਾਪਤ ਕਰਦਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਦੋਵੇਂ ਜਹਾਨ ਹੀ ਉਹਦੇ ਸੌਖੇ ਸਫਲੇ ਹਨ, ਸਤਿਕਾਰ ਹੁੰਦਾ ਹੈ। ਸੁਰ ਸਨਮਾਨ ਹੈ ਜੋ ਸੱਚ ਰਾਚੋ। ਤੇ ਜਿਹੜਾ ਸੱਚ ਵਿੱਚ ਤਦਾਕਾਰ ਰਹਿੰਦਾ ਹੈ, ਦੇਵਤੇ ਵੀ ਮਹਾਰਾਜ ਕਹਿੰਦੇ ਉਹਦਾ ਸਤਿਕਾਰ ਕਰਦੇ ਆ, ਸਨਮਾਨ ਆਓ ਬੈਠ ਆਦਰ ਸੁਭ ਦੇਉ, ਉਸ ਦਾ ਸਨਮਾਨ ਦੇਵਤੇ ਵੀ ਕਰਦੇ ਆ। ਸਾਚ ਪੁਰਖ ਕੇ ਸਤਿਗੁਰ ਸੰਗੀ। ਤੇ ਜਿਹੜਾ ਸਤਿਪੁਰਖ ਹੈ ਨਾ, ਕੋਈ ਸੱਚ ਬੋਲਣ ਵਾਲਾ, ਮਹਾਰਾਜ ਕਹਿੰਦੇ ਉਹਦਾ ਪਰਮੇਸ਼ਰ ਸੰਗੀ ਰਹਿੰਦਾ। ਸਦਾ ਅੰਗ ਸੰਗੇ ਭੰਗੰ ਵਿਭੂਤੇ। ਸਦਾ ਜਿਹੜਾ ਹੈ ਪਰਮੇਸ਼ਰ ਉਹ ਸੱਚ ਬੋਲਣ ਵਾਲਿਆਂ ਦੇ ਨਾਲ ਵਿਚਰਦਾ ਰਹਿੰਦਾ ਹੈ, ਸਦਾ ਅੰਗ ਸੰਗ ਸਹਾਈ ਹੁੰਦਾ ਹੈ। ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ। ਤੋ ਸੱਚੇ ਪਾਤਸ਼ਾਹ ਉਹ ਪਰਮੇਸ਼ਰ ਵੀ ਸੱਚਾ ਹੈ, ਸੱਚ ਬੋਲਣ ਵਾਲਿਆਂ ਦੇ ਸੱਚਿਆਂ ਸਤ ਪ੍ਰਤੱਗੀਆਂ ਦੇ ਨਾਲ ਵਰਤਦਾ ਹੈ। ਵੱਡ ਪੁੰਨਨ ਤੇ ਸਾਚ ਪ੍ਰਸੰਗੀ। ਤੇ ਜਾਣੋ ਵੀ ਜਿਹੜੇ ਵੱਡੇ ਪੁੰਨ ਕੀਤੇ ਹੋਣ ਤੇ ਫਿਰ ਸੱਚ ਦੇ ਪਰ ਵਿਸ਼ੇਸ਼ ਕਰਕੇ ਸੰਗੀ ਬਣੀਦਾ, ਸਾਥੀ ਬਣੀਦਾ। ਕਿ ਇਹ ਭਾਈ ਤੀਰਥਾ ਜੀ ਸੱਚ ਬੋਲਣਾ ਵੀ ਔਖਾ ਹੈ। ਸੱਚ ਵੀ ਤਦੇ ਹੀ ਬੋਲਿਆ ਜਾਂਦਾ ਹੈ ਜੇ ਕਿਤੇ ਪਿਛਲੇ ਜਨਮਾਂ ਵਿੱਚ ਕੋਈ ਬਹੁਤ ਪੁੰਨ ਕੀਤੇ ਹੈ, ਫੇਰ ਹੀ ਸੱਚ ਕਰਨ ਬੋਲਣ ਦਾ ਸੁਭਾਅ ਪ੍ਰਾਪਤ ਹੁੰਦਾ ਹੈ। ਸੁਮਤ ਵਿਚਾਰ ਸਾਚ ਹੀ ਕਹੈ। ਤੇ ਜਿਹੜੇ ਸੁਮਤ ਸ਼੍ਰੇਸ਼ਟ ਮਤ ਵਾਲੇ ਲੋਕ ਹੈ ਨਾ, ਸਿਆਣੇ, ਉਹ ਵਿਚਾਰ ਕੇ ਸੱਚ ਹੀ ਬੋਲਦੇ ਆ। ਜਦੋਂ ਕੋਈ ਬਚਨ ਬੋਲਦੇ ਆ ਉਹ ਸ਼੍ਰੇਸ਼ਟ ਮਤ ਵਾਲੇ ਸਿਆਣੇ ਉਹ ਸੱਚ ਹੀ ਬੋਲਦੇ ਹਨ ਵਿਚਾਰ ਕੇ। ਸੂਖਮ ਭੇਦ ਏਕ ਇਮਲਾ ਹੈ। ਪਰ ਸੱਚ ਵਿੱਚ ਇੱਕ ਥੋੜਾ ਜਿਹਾ ਭੇਦ ਹੈ। ਮਹਾਰਾਜ ਕਹਿੰਦੇ ਭਾਈ ਤੀਰਥਾ ਜੀ ਸੱਚ ਵਿੱਚ ਇੱਕ ਸੂਖਸ਼ਮ ਭੇਦ ਆ, ਬੜਾ ਛੋਟਾ ਸੂਖਸ਼ਮ ਕਹਿੰਦੇ ਜਿਹੜਾ ਬੜਾ ਬਰੀਕ ਹੋਵੇ।
ਇੱਕ ਬਹੁਤ ਬਰੀਕ ਜਿਹਾ ਭੇਦ ਹੈ ਸੱਚ ਬੋਲਣ ਵਿੱਚ ਵੀ। ਸਾਚ ਕਹੇ ਕਿਸ ਕੋ ਹੋਏ ਬੁਰੋ। ਉਹ ਇਹ ਹੈ ਕਿ ਜਦੋਂ ਸੱਚ ਬੋਲਣ ਦੇ ਨਾਲ ਕਿਸੇ ਦਾ ਬੁਰਾ ਹੁੰਦਾ ਹੈ, ਕਿਸੇ ਦਾ ਮਾੜਾ ਹੋ ਜਾਵੇ, ਤਹਾਂ ਕੂਰ ਕਹਿ ਸੱਚ ਪਰ ਹਰੋ। ਤੇ ਉੱਥੇ ਸੱਚ ਛੱਡ ਕੇ ਕੂਰ ਕਈ ਝੂਠ ਬੋਲ ਦੇਣਾ ਜਿਹੜਾ ਉਹ ਚੰਗਾ ਹੈ। ਸ਼ਾਸਤਰਾਂ ਦਾ ਵੀ ਬਚਨ ਹੈ ਨਾ, ਉਹ ਜਿਹੜੇ ਵਾ ਉਹ ਨੀਤੀ ਵਾਲੇ ਗ੍ਰੰਥ ਕੁਝ ਹੈ ਜਾਂ ਕੋ ਸਾਰ ਕੁਤਾਵਲੀ, ਇਹਨਾਂ ਗ੍ਰੰਥਾਂ ਵਿੱਚ ਵੀ ਉਹ ਵਿਦਵਾਨ ਪੰਡਤ ਲੋਕ ਕਹਿੰਦੇ ਆ ਕਿ ਉਹ ਜਿਹੜਾ ਸੱਚ ਹੈ ਉਹ ਇਹ ਕੌੜਾ, ਜੇ ਕਿਸੇ ਦਾ ਭਲਾ ਕਰਦਾ ਹੈ ਉਹ ਬੋਲ ਦੇਣਾ ਚਾਹੀਦਾ। ਝੂਠ ਮਿੱਠਾ ਵੀ ਹੋਵੇ, ਚੰਗਾ ਵੀ ਲੱਗਣ ਵਾਲਾ ਹੋਵੇ, ਪਰ ਉਹ ਕਿਸੇ ਦਾ ਨੁਕਸਾਨ ਕਰੇ ਉਹ ਝੂਠ ਵੀ ਮਾੜਾ। ਸੱਚ ਕੌੜਾ ਵੀ ਚੰਗਾ, ਝੂਠ ਮਿੱਠਾ ਵੀ ਮਾੜਾ। ਤੋ ਮਹਾਰਾਜ ਕਹਿੰਦੇ ਜੇ ਸੱਚ ਬੋਲਿਆਂ ਵੀ ਕਿਸੇ ਦਾ ਨੁਕਸਾਨ ਹੁੰਦਾ, ਕਿਸੇ ਦੀ ਜਾਨ ਜਾਂਦੀ ਹੈ, ਉੱਥੇ ਉਹ ਸੱਚ ਦਾ ਕੁਝ ਸਮੇਂ ਵਾਸਤੇ ਉਹ ਸੰਗ ਛੱਡ ਕਰਕੇ ਝੂਠ ਬੋਲ ਦੇਣਾ ਚਾਹੀਏ। ਇਸ ਪਰ ਇੱਕ ਪ੍ਰਸੰਗ ਸੁਣ ਲੇਹੂ। ਇਹਦੇ ਤੇ ਇੱਕ ਪ੍ਰਸੰਗ ਹੈ, ਪ੍ਰਮਾਣ ਹੈ। ਮਹਾਰਾਜ ਕਹਿੰਦੇ ਤੀਰਥਾ ਜੀ ਇੱਕ ਪ੍ਰਮਾਣ ਦਿੰਦੇ ਆ, ਸਾਖੀ ਹੈ, ਉਹ ਸੁਣ ਲਓ ਇਸ ਸੱਚ ਝੂਠ ਉੱਪਰ। ਨਿਰਣੈ ਕਰ ਪੁਨ ਕਹਿ ਨ ਕਰੇਹੂ। ਤੇ ਸਾਖੀ ਸੁਣਨ ਤੋਂ ਬਾਅਦ ਤੁਸੀਂ ਨਿਰਣਾ ਕਰ ਲੈਣਾ ਵੀ ਸੱਚ ਵਿੱਚ ਸੂਖਸ਼ਮ ਭੇਦ ਕਿਹੜਾ ਹੈ। ਉਹ ਨਿਰਣਾ ਕਰਕੇ ਫਿਰ ਸਾਨੂੰ ਤੁਸੀਂ ਦੱਸਣਾ। ਉਹ ਸਾਖੀ ਇਉਂ ਹੈ, ਤੁਸੀਂ ਸੁਣ ਲਓ। ਥਿਰਿਓ ਸਾਧ ਇੱਕ ਨਿਰਪਕੇ ਦੁਆਰੇ। ਇੱਕ ਕੋਈ ਸਾਧੂ ਸੀਗਾ, ਉਹ ਇੱਥੇ ਜਿਹੜਾ ਉਹ ਮਹਾਰਾਜ ਸਾਖੀ ਸੁਣਾਉਂਦੇ ਭਾਈ ਤੀਰਥਾ ਜੀ ਨੂੰ ਕਿ ਹੇ ਭਾਈ ਤੀਰਥਾ ਜੀ, ਉਸ ਤਰ੍ਹਾਂ ਹੋਰ ਵੀ ਸੰਗਤ ਬੈਠੀ ਸੁਣਦੀ ਹੈ। ਮਹਾਰਾਜ ਕਹਿੰਦੇ ਆ ਕਿ ਕੋਈ ਸਾਧੂ ਸੀਗਾ ਬੜਾ ਬੰਦਗੀ ਵਾਲਾ। ਰਾਜੇ ਨੂੰ ਪਤਾ ਲੱਗਿਆ ਵੀ ਮੇਰੇ ਰਾਜ ਵਿੱਚ ਇੱਕ ਬਹੁਤ ਪ੍ਰਤਾਪੀ ਸਾਧੂ ਆਇਆ ਰਹਿੰਦਾ ਹੈ। ਇਹ ਰਾਜਾ ਜਿਹੜਾ ਹੈ ਉਹ ਕੋਈ ਵੀ ਰਾਜਾ ਹੈ, ਉਹ ਜੋਤਸ਼ੀ ਵੀ ਪਾਸ ਰੱਖਿਆ ਕਰਦੇ ਰਾਜੇ, ਤੇ ਉਹ ਚਾਹੇ ਵਿਸ਼ਈ ਵੀ ਹੋਣ, ਪਰ ਇਹਨਾਂ ਨੂੰ ਇਹ ਹੁੰਦਾ ਵੀ ਸਾਡਾ ਰਾਜ ਭਾਗ ਜਿਹੜਾ ਉਹ ਸਲਾਮਤ ਰਹੇ, ਉਹਦੇ ਵਾਸਤੇ ਪੁੰਨ ਵੀ ਕਰਦੇ ਆ। ਇਹ ਰਾਜੇ ਨੇ ਇੱਛਾ ਕੀਤੀ ਵੀ ਇਸ ਸਾਧੂ ਦੀ ਮੈਂ ਸੇਵਾ ਕਰਾਂ ਘਰੇ ਲਿਆ ਕੇ। ਇਸ ਸਾਧੂ ਨੂੰ ਰਾਜਾ ਜਿਹੜਾ ਆਪਣੇ ਘਰ ਵਿੱਚ ਮਹਿਲਾਂ ਵਿੱਚ ਲੈ ਆਇਆ। ਬੜਾ ਸਮਾਂ ਜਿਹੜਾ ਨਾ ਉਹ ਸਾਧੂ ਜਿਹੜਾ ਹੈ ਬੜਾ ਪ੍ਰਤਾਪੀ ਬੰਦਗੀ ਵਾਲਾ, ਉਹ ਰਾਜੇ ਦੇ ਘਰ ਵਿੱਚ ਹੀ ਰਹਿ ਗਿਆ, ਠਹਿਰਿਆ ਹੈ। ਬੈਠੇ ਕੇਚ ਕਮਾਸ ਗੁਜਾਰੇ। ਤੇ ਬੈਠਿਆਂ ਹੋਇਆ ਐਸੇ ਦੇ ਘਰ ਵਿੱਚ ਹੀ ਉਹ ਬੰਦਗੀ ਕਰ ਛੱਡਦਾ। ਤੇ ਕਈ ਜਿਹੜੇ ਵਾ ਉਹ ਮਹੀਨੇ ਸਾਲ ਹੀ ਲੰਘ ਗਏ ਹਨ। ਸੋ ਨਿਰਪ ਪੁੱਤਰ ਵਿਆਹੋ ਕਰ ਆਇਓ। ਤੇ ਰਾਜੇ ਦੇ ਘਰ ਵਿੱਚ ਇੱਕ ਪੁੱਤਰ ਸੀਗਾ। ਜਦੋਂ ਜਵਾਨ ਹੋਇਆ, ਰਾਜੇ ਨੇ ਆਪਣਾ ਪੁੱਤਰ ਵਿਆਹਿਆ। ਵਿਆਹ ਕੇ ਨੂੰਹ ਸਮੇਤ ਪੁੱਤਰ ਨੂੰ ਜਦੋਂ ਘਰ ਵਾਪਸ ਲੈ ਆਇਆ ਰਾਜਾ, ਸਰਬ ਪ੍ਰਕਾਰ ਉਛਾਹੋ ਵਧਾਇਓ। ਤੇ ਬੜੀ ਉਤਸ਼ਾਹ ਵੱਧ ਰਿਹਾ ਸੀ ਸਾਰੇ ਕਰਕੇ। ਚਾਰੇ ਚਫੇਰੇ ਬਹੁਤ ਧੂਮ ਧਾਮ, ਸ਼ਹਿਨਾਈਆਂ, ਢੋਲ ਧਮੱਕਾ ਹੁੰਦਾ ਹੈ, ਕਿਉਂ ਰਾਜੇ ਦੇ ਪੁੱਤਰ ਦਾ ਵਿਆਹ ਹੈ। ਤੋ ਇਸ ਤਰ੍ਹਾਂ ਚਾਰੇ ਪਾਸੇ ਮਹਿਲ ਵਿੱਚ ਬੜਾ ਮਾਹੌਲ ਹੈ, ਉਹ ਪ੍ਰੋਗਰਾਮ ਦਾ ਬਹੁਤ ਉਤਸ਼ਾਹ, ਖੁਸ਼ੀਆਂ ਦਾ ਮਾਹੌਲ ਹੈ। ਰਾਜ ਕੁਰ ਇੱਕ ਮੰਦਰ ਮਾਹੂ। ਤੇ ਇਸ ਤਰ੍ਹਾਂ ਉਹ ਜਿਹੜਾ ਰਾਜਕੁਮਾਰ ਹੈ, ਰਾਜੇ ਦਾ ਪੁੱਤਰ, ਉਹ ਆਪਣੀ ਜਿੱਥੇ ਉਹਦੀ ਆਰਾਮਗਾਹ ਹੈ, ਕੋਈ ਉਹਦਾ ਸਿੰਘਾਸਣ ਆਸਣ ਲੱਗਿਆ ਹੈ ਬਿਰਾਜਣ ਵਾਸਤੇ, ਲੈ ਕਰ ਬਧੂ ਸਪਤ ਪਾਤਾ ਹੂੰ। ਉਹ ਰਾਜਾ ਦਾ ਪੁੱਤਰ ਰਾਜਕੁਮਾਰ ਜਿਹੜਾ ਵਿਵਾਹ ਕੇ ਆਇਆ, ਉਹ ਫਿਰ ਜਿਹੜੇ ਦੋਵੇਂ ਪਤੀ ਸਤੀ ਹੈ, ਉਹ ਦੋਵਾਂ ਦਾ ਜਿਹੜਾ ਆਪਣਾ ਵਿਸ਼ੇਸ਼ ਜਿਹੜਾ ਵੱਖਰਾ ਅਲੱਗ ਮੰਦਰ ਕਹੋ, ਕਮਰਾ ਕਹੋ, ਮਹਿਲ ਕਹੋ, ਬਣਾਇਆ ਹੁੰਦਾ ਰਾਜਿਆਂ ਨੇ। ਉਹ ਆਪਣੀ ਪਤਨੀ ਸਮੇਤ ਆਪਣੇ ਮਹਿਲ ਵਿੱਚ ਪਹੁੰਚਿਆ, ਅਲੱਗ ਥਾਂ ਤੇ, ਅਲੱਗ ਮਹਿਲ ਵਿੱਚ, ਜੋ ਰਾਜੇ ਦਾ ਪੁੱਤਰ ਹੈ। ਕਿਚਕ ਰਾਤ ਬੀਤੇ ਸੁਖ ਪਾਈ। ਤੇ ਇਸ ਤਰ੍ਹਾਂ ਜਦੋਂ ਕੁਝ ਕੁ ਰਾਤ ਲੰਘ ਗਈ ਹੈ, ਕੁਝ ਸਮਾਂ ਬਤੀਤ ਹੋਇਆ ਹੈ, ਤਾਹੇ ਬਧੂ ਕੋ ਨੀਂਦ ਨ ਆਈ। ਕਿ ਉਹ ਜਿਹੜੀ ਉਹ ਰਾਜੇ ਦੇ ਨੂੰਹ ਸੀ, ਭਾਵ ਰਾਜਕੁਮਾਰ ਦੀ ਪਤਨੀ ਨਵੀਂ ਵਿਆਹੀ ਆਈ, ਉਹ ਨਵੀਂ ਵਿਆਹਣ ਆਈ ਕਰਕੇ ਫਿਰ ਉਹ ਨੀਂਦ ਨਾ ਆਵੇ ਬਗਾਨੇ ਘਰ ਵਿੱਚ। ਉਹ ਇਸ ਤਰ੍ਹਾਂ ਉਹਨੂੰ ਜਦੋਂ ਨੀਂਦ ਨਾ ਆਈ, ਬਹੁਤ ਸਮਾਂ, ਕੁਝ ਰਾਤ, ਅੱਧੀ ਕੁ ਰਾਤ ਲੰਘੀ ਤੋਂ ਬਾਅਦ ਵੀ ਜਦੋਂ ਨੀਂਦ ਨਾ ਆਈ ਹੈ, ਜਮ ਧਰ ਹੋਤੀ ਸਿਰਾਨੇ ਤਰੀ। ਤੇ ਫਿਰ ਮਨ ਲੱਗ ਨਹੀਂ ਰਿਹਾ ਸੀ, ਬਗਾਨਾ ਘਰ ਹੈ। ਤੋ ਇਹ ਰਾਜਕੁਮਾਰ ਦੇ ਸਿਰਾਣੇ ਇੱਕ ਕਟਾਰ ਪਈ ਸੀ, ਉਹ ਰੱਖ ਕੇ ਜਿਵੇਂ ਸੌਂਦੇ ਆ ਆਪਣੇ। ਕਟਾਰ ਜਿਹੜੀ ਵੈ ਨਿੱਜੀ ਸ਼ਾਸਤਰ, ਉਹ ਰਾਜਕੁਮਾਰ ਨੇ ਸਿਰਾਣੇ ਰੱਖਿਆ ਹੋਇਆ ਹੈ। ਤੇ ਇਹ ਜਿਹੜੀ ਬਹੂ ਹੈ ਇਸ ਦੀ ਪਤਨੀ ਰਾਜਕੁਮਾਰ ਦੀ, ਉਸਨੇ ਕਟਾਰ ਜਦੋਂ ਵੇਖੀ ਹੈ, ਲੈ ਤ੍ਰਿਯ ਨੇ ਸੋ ਦੇਖਨ ਕਰੀ। ਤੇ ਬਹੁਤ ਸੁੰਦਰ ਸੋਨੇ ਦੀ ਕਟਾਰ, ਸੋਨੇ ਦੇ ਮੁੱਠੇ, ਉਹਦੇ ਵਿੱਚ ਹੀਰੇ ਮੋਤੀ ਜੜੇ ਹੋਏ ਹੈ। ਉਹ ਜਿਹੜੀ ਬੀਬੀ ਆ ਉਹ ਕਟਾਰ ਜਿਸ
ਵਕਤ ਚੁੱਕ ਕੇ ਤੇ ਵੇਖਣ ਲੱਗੀ ਹੈ। ਅਤ ਤੀਛਨ ਹੇਰੀ ਲੈ ਹਾਥ, ਮਿਆਨੋਂ ਬਾਹਰ ਕੱਢ ਕੇ ਆਪਣੇ ਹੱਥ ਵਿੱਚ ਪਕੜ ਲਈ ਤੇ ਵੇਖੀ ਹੈ ਵੀ ਇਹ ਤਾਂ ਬਹੁਤ ਤਿੱਖੀ ਤੇ ਸੁੰਦਰ ਸੋਨੇ ਦੀ ਕਢਾਈ ਵਾਲੀ ਹੈ। ਪਰਿਓ ਸੁਪਤ ਸਾਥੈ ਤਿਸਨਾਥ, ਤੇ ਉਥੇ ਲਾਗੇ ਹੀ ਉਹ ਸਿੰਘਾਸਣ ਆਸਣ ਤੇ ਜਿਹੜਾ ਇਹਦਾ ਪਤੀ ਪਿਆ ਹੋਇਆ ਬਿਰਾਜਿਆ ਹੋਇਆ ਉਹ ਰਾਜਕੁਮਾਰ ਸੁੱਤਾ ਹੈ। ਛੁੱਟੀ ਅਚਾਨਕ ਕਰਤੇ ਜਬੈ, ਤੇ ਉਹ ਜਿਹੜੀ ਵਾ ਲੜਕੀ ਉਹਦੇ ਹੱਥੋਂ ਅਚਾਨਕ ਹੀ ਇਹ ਜਿਹੜੀ ਤੇਜ਼ ਕਟਾਰ ਛੁੱਟ ਗਈ। ਤੇ ਕਟਾਰ ਜਦੋਂ ਛੁੱਟਦੀ ਹੈ ਇਹ ਸਿੱਧੀ ਥੱਲੇ ਨੂੰ ਜਦੋਂ ਜਾਂਦੀ, ਆਮ ਸ਼ਾਸਤਰ ਟੇਢਾ ਹੋ ਜਾਂਦਾ। ਇਹਦਾ ਜਿਹੜਾ ਵਾ ਉਹ ਪਿੱਛੋਂ ਹੱਥ ਪਕੜਨ ਵਾਲਾ ਮੁੱਠਾ ਭਾਰਾ ਹੋਣ ਕਰਕੇ ਜ਼ਿਆਦਾਤਰ ਸਿੱਧੀ ਜਾਂਦੀ ਹੈ। ਤੋ ਜਦੋਂ ਹੱਥੋਂ ਇਹ ਕਟਾਰ ਇਹਦੇ ਵੇਖਦੀ ਤੇ ਛੁੱਟੀ ਹੈ। ਗਿਰੀ ਉਦਰ ਪਰ ਤਸਗੀ ਤਬੈ, ਤੇ ਜਾਓ ਰਾਜਕੁਮਾਰ ਜਿਹੜਾ ਸੁੱਤਾ ਹੋਇਆ ਸੀ ਉਹਦੇ ਪੇਟ ਤੇ ਡਿੱਗੀ ਤੇ ਤਿੱਖੀ ਹੋਣ ਕਰਕੇ ਜਦ ਹੀ ਉਸ ਰਾਜਕੁਮਾਰ ਦੇ ਪੇਟ ਵਿੱਚ ਜਾ ਧਸੀ ਹੈ। ਰਿਪ ਸੁਤ ਮ੍ਰਿਤਕ ਭਇਓ ਤਤਕਾਲ, ਤੇ ਰਾਜੇ ਦਾ ਪੁੱਤਰ ਤੁਰੰਤ ਹੀ ਪੇਟ ਵਿੱਚ ਕਟਾਰ ਲੱਗਣ ਦੇ ਕਾਰਨ ਚੜਾਈ ਕਰ ਗਿਆ ਹੈ। ਚਿੰਤਾ ਤਰ ਤ੍ਰਿਯ ਹਿਰਦੈ ਵਿਸਾਲ, ਉਹ ਜਿਹੜੀ ਇਸਤਰੀ ਹੈ ਬਹੁਤ ਚਿੰਤਾਤੁਰ ਦੁਖੀ ਹੋਈ ਹੈ ਵੀ ਇਹ ਕੀ ਭਾਣਾ ਵਾਪਰਿਆ ਵੀ ਹੱਥੋਂ ਕਟਾਰ ਛੁੱਟੀ ਹੈ ਤੇ ਅਚਾਨਕ ਹੀ ਸਾਰਾ ਕੁਝ ਬਣ ਗਿਆ ਹੈ। ਨਵ ਵਿਆਹੀ ਦਾ ਮੇਰਾ ਪਤੀ ਜਿਹੜਾ ਉਹ ਕਟਾਰ ਲੱਗਣ ਕਾਰਨ ਮੇਰੇ ਹੱਥੋਂ ਹੀ ਮਰ ਚੁੱਕਾ ਹੈ। ਭਈ ਪ੍ਰਾਤ ਪਿਖ ਕੈ ਨਿਰਪ ਜਾਣਿਓ, ਤੇ ਜਦੋਂ ਤੜਕਾ ਹੋਇਆ ਤੇ ਉਹ ਰਾਜੇ ਨੂੰ ਪਤਾ ਲੱਗਿਆ ਵੀ ਮੇਰਾ ਪੁੱਤਰ ਜਿਹੜਾ ਉਹ ਰਾਤ ਉਹ ਕਟਾਰ ਵੱਜਣ ਕਰਕੇ ਚੜਾਈ ਕਰ ਗਿਆ ਹੈ। ਸਭਨ ਸਾਥ ਤਪ ਬਧੂ ਬਖਾਨਿਓ, ਤੇ ਇਹ ਹੁਣ ਜਿਹੜੀ ਵਾ ਉਹ ਲੜਕੀ ਉਹਨੇ ਚਲਾਕੀ ਵਰਤੀ। ਫਿਰ ਸਾਰੇ ਜਿੰਨੇ ਹੈ ਨਾ ਉੱਥੇ ਰਾਜਾ ਪੁੱਛਦਾ ਵੀ ਮੇਰੇ ਰਾਜਕੁਮਾਰ ਨੂੰ ਕੀ ਹੋਇਆ, ਕਿਹਨੇ ਮਾਰਿਆ। ਸਾਰੇ ਪਾਸੇ ਰੌਲਾ ਪੈ ਗਿਆ। ਤੜਕੇ ਸਾਰੇ ਜਦੋਂ ਇਕੱਠੇ ਹੋਏ ਤੇ ਉਹ ਪੁੱਛਦੇ ਆ ਕੀ ਹੋਇਆ, ਉਹ ਤੂੰ ਕੋਲ ਸੀ ਇਹਦੇ। ਤੇ ਉਹ ਲੜਕੀ ਜਿਹੜੀ ਨਵ ਵਿਆਹੀ ਆਈ ਹੈ ਉਹ ਰਾਜੇ ਨੂੰ ਤੇ ਸਾਰਿਆਂ ਪ੍ਰਸ਼ਨੀਆਂ ਨੂੰ ਇਸ ਤਰ੍ਹਾਂ ਬੋਲਦੀ ਹੈ, ਇਹੋ ਜੋ ਸਾਧੂ ਰੂਪ ਕਰ ਥਿਰਿਓ, ਕਹਿੰਦਾ ਹੈ ਰਾਜਨ ਜਿਹੜਾ ਸਾਧੂ ਇੱਥੇ ਬੂਬਣਾ ਲਿਆ ਕੇ ਬਿਠਾਇਆ ਨਾ ਦਰਵਾਜ਼ੇ ਤੇ ਕਿੰਨੇ ਸਮੇਂ ਦਾ, ਜਿਹੜਾ ਤੇਰੇ ਘਰ ਵਿੱਚ ਬੜੇ ਚਿਰ ਤੋਂ ਰਹਿੰਦਾ ਹੈ। ਆਏ ਇਹਾਂ ਪਤ ਕੋ ਹੱਥ ਕਰਿਓ, ਤੇ ਮੈਂ ਆਪਦੀਆਂ ਅੱਖਾਂ ਨਾਲ ਵੇਖਿਆ ਹੈ ਇਹਨੇ ਕਟਾਰ ਲੈ ਕੇ ਤੇ ਮੇਰਾ ਪਤੀ ਮਾਰ ਦਿੱਤਾ। ਇਹ ਜਿਹੜਾ ਆਪਣੇ ਘਰ ਵਿੱਚ ਤੂੰ ਕਹਿਣਾ ਕਿ ਆਖੇ ਬਹੁਤ ਭਲਾ ਪੁਰਸ਼ ਹੈ, ਬੜਾ ਬੰਦਗੀ ਵਾਲਾ ਮਹਾਂਪੁਰਖ ਹੈ, ਇਹਨੇ ਕਟਾਰ ਲੈ ਕੇ ਮੈਂ ਅੱਖੀਂ ਵੇਖਿਆ ਮੇਰਾ ਪਤੀ ਮਾਰ ਦਿੱਤਾ ਹੈ। ਸੁਨ ਭੂਪਤ ਰੋਦਤ ਬਿਰਲਾਪਤ, ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਵੀ ਹੁੰਦਾ, ਵਿਰਲਾਪ ਕਰਦਾ ਹੈ, ਪੁੱਤਰ ਮਰੇ ਤੇ ਰੋਂਦਾ ਹੈ। ਗਇਓ ਸਾਧ ਕੋ ਬਹੁ ਸੰਤਾਪਤ, ਤੇ ਉਹ ਜਿਹੜਾ ਸਾਧ ਸੀ ਵਿਚਾਰਾ ਪਕੜ ਲਿਆ ਇਹਨਾਂ ਇਹਦੇ ਸੈਨਿਕਾਂ ਨੇ, ਫੌਜ ਨੇ, ਤੇ ਬਹੁਤ ਦੁਖੀ ਕੀਤਾ, ਕੁੱਟਮਾਰ ਬਹੁਤ ਕੀਤੀ ਹੈ। ਮਨ ਸਭ ਮਿਲ ਨਿਰਪ ਹਿਰਦੈ ਵਿਚਾਰਾ, ਤੇ ਫਿਰ ਰਾਜੇ ਤੇ ਵਜ਼ੀਰਾਂ ਨੇ ਸਾਰਿਆਂ ਨੇ ਰਲ ਕੇ ਵਿਚਾਰ ਕੀਤੀ ਇਕੱਠੇ ਹੋ ਕਰ, ਇਸ ਮਾਰੇ ਸਤ ਜੀ ਨਾ ਹਮਾਰਾ। ਵੀ ਰਾਜਾ ਕਹਿੰਦਾ ਵੀ ਜੇ ਸਾਧੂ ਨੂੰ ਮਾਰੀ ਜਾਵਾਂਗੇ, ਕੁੱਟੀ ਜਾਵਾਂਗੇ ਜਾਂ ਇਹਨੂੰ ਮਾਰ ਵੀ ਦਈਏ ਤੇ ਮੇਰਾ ਪੁੱਤਰ ਤਾਂ ਜਿਉਂਦਾ ਨਹੀਂ ਹੋ ਜਾਣਾ ਹੈ। ਏਕ ਹਾਥ ਕੋ ਕਾਟ ਨਿਕਾਰਾ, ਤੇ ਇਸ ਤਰ੍ਹਾਂ ਕਰੋ ਵੀ ਇਹਨੇ ਜਿਹੜੇ ਹੱਥ ਨਾਲ ਮੇਰਾ ਪੁੱਤਰ ਮਾਰਿਆ ਨਾ ਇਹਨੂੰ ਦੁੱਖ, ਬਸ ਪੁੱਤਰ ਮੁੜਨਾ ਨਹੀਂ ਹੈ ਜੇ ਇਹਨੂੰ ਮਾਰ ਵੀ ਦਈਏ। ਤੇ ਜਿਵੇਂ ਇਹਨੇ ਉਹਨੂੰ ਦੁੱਖ ਦਿੱਤਾ ਮੈਨੂੰ ਮੇਰਾ ਪੁੱਤਰ ਮਾਰਿਆ, ਉਹ ਹੱਥ ਇਹਦਾ ਵੱਢ ਦਿਓ। ਉਹ ਰਾਜ ਦੀ ਫੌਜ ਨੇ ਜੇ ਬੇਂਦੀ ਲਾਇਆ ਉਹ ਸਾਧੂ ਵਿਚਾਰੇ ਦਾ ਜਿਹੜਾ ਹੱਥ ਹੈ ਉਹ ਵੱਢ ਦਿੱਤਾ ਹੈ ਤੇ ਮਹਿਲਾਂ ਚੋਂ ਧੱਕੇ ਮਾਰ ਬਾਹਰ ਕੱਢ ਦਿੱਤਾ ਹੈ। ਚੱਲਿਓ ਸਾਧ ਲਹਿ ਕਸ਼ਟ ਉਦਾਰਾ, ਤੇ ਇਹ ਬੜਾ ਦੁੱਖ ਲੈ ਕੇ ਬੇਕਸੂਰਾ ਹੀ ਇਹ ਸਾਧੂ ਜਿਹੜਾ ਹੈ ਚੱਲ ਪਿਆ ਹੈ ਉੱਥੋਂ ਰਾਜੇ ਦੇ ਮਹਿਲ ਵਿੱਚੋਂ, ਭਾਵ ਕਿ ਨਾ ਤਾਂ ਹੁਣ ਇਹ ਆਪ ਆਇਆ ਸੀ, ਇੱਕ ਤਾਂ ਰਾਜਾ ਲੈ ਕੇ ਆਇਆ ਤੇ ਨਾ ਹੀ ਇਹਨੇ ਉਹਦਾ ਪੁੱਤਰ ਮਾਰਿਆ, ਤੋ ਮਾਰਿਆ ਉਹ ਰਾਜੇ ਦੀ ਨੂੰਹ ਨੇ। ਤੇ ਇਹ ਜਿਹੜਾ ਸਾਧੂ ਹੈ ਹੁਣ ਨਿਹੱਕਾ ਹੀ ਵਿਚਾਰਾ ਉਹ ਜਿਹੜਾ ਵਾ ਉਹ ਰਾਜੇ ਦੀ ਸਜ਼ਾ ਭੋਗ ਰਿਹਾ ਹੈ। ਉਹਦਾ ਹੱਥ ਵੱਢ ਸਿੱਟਿਆ ਇਹਨਾਂ ਨੇ, ਧੱਕੇ ਮਾਰੇ, ਨਿਰਾਦਰ ਕੀਤਾ। ਰੋਂਦਾ ਹੋਇਆ ਸਾਧੂ ਵਿਚਾਰਾ ਜਿਹੜਾ ਹੈ ਉਹ ਰਾਜੇ ਦੇ ਮਹਿਲ ਤੋਂ ਤੁਰਿਆ ਬਾਹਰ ਨੂੰ। ਚਿਤਵਦ ਪ੍ਰਭ ਕੇ ਘਰ ਹੈ ਨਿਆਏ, ਤੇ ਨਾਲੇ ਉਹ ਜਾਂਦਾ ਚਿਤਵਦਾ ਜਾਂਦਾ ਹੈ, ਕਹਿੰਦਾ ਵੀ ਪਰਮੇਸ਼ਰ ਦੇ ਘਰ ਵਿੱਚ ਆ ਨਿਆਂ ਆ ਫੈਸਲੇ, ਆ ਜਿਹੜੀ ਪਰਮੇਸ਼ਰ ਦੇ ਦਰ ਘਰ ਦੇ ਵਿੱਚ ਇਨਸਾਫ ਹੁੰਦਾ ਹੈ। ਨਹਿ ਅਗ ਮੈਂ ਕੀ ਮਿਲੀ ਸਜਾ, ਵੀ ਨਾ ਤਾਂ ਮੈਂ ਕੋਈ ਪਾਪ ਕੀਤਾ ਹੈ, ਰਾਜਾ ਆਪ ਪਹਿਲਾਂ ਮੈਨੂੰ ਲੈ ਕੇ ਆਇਆ ਸਤਿਕਾਰ ਦੇ ਨਾਲ ਵੀ ਆਓ ਮਹਾਂਪੁਰਸ਼ੋ ਮੇਰੇ ਘਰ ਵਿੱਚ ਆਓ, ਤੁਸੀਂ ਬਹੁਤ ਬੰਦਗੀ ਵਾਲੇ ਹੋ, ਤੇ ਹੁਣ ਮੇਰੀ ਬਾਂਹ ਵੱਢ ਸੁੱਟੀ ਹੈ ਵੀ ਮੇਰਾ ਕਸੂਰ ਕੋਈ ਨਹੀਂ, ਨਾ ਮੈਂ ਇਹਦਾ ਪੁੱਤਰ ਮਾਰਿਆ ਹੈ
ਤੇ ਬੇਕਸੂਰੇ ਨੂੰ ਮੈਨੂੰ ਆ ਸਜ਼ਾ ਮਿਲੀ ਹੈ। ਕਿ ਪਰਮੇਸ਼ਰ ਦੇ ਦਰ ਵਿੱਚ ਇਹੀ ਇਨਸਾਫ ਹੈ। ਮੋਹਿ ਸਾਥ ਅਨਿਆਇ ਕਿਓ ਹਰ। ਇਹ ਪ੍ਰਭੂ ਪਰਮੇਸ਼ਰ ਹਰੀ ਜੀ, ਤੁਸੀਂ ਮੇਰੇ ਨਾਲ ਬਹੁਤ ਧੱਕਾ ਕੀਤਾ ਹੈ, ਅਨਿਆਂ ਕੀਤਾ ਹੈ। ਇਮ ਵਿਚਾਰ ਚਿੰਤਾ ਵੱਡ ਉਰ ਧਰ। ਬੜੀ ਮਨ ਵਿੱਚ ਚਿੰਤਾ ਤੇ ਦੁਖੀ ਹੁੰਦਾ ਹੋਇਆ ਇਉਂ ਵਿਚਾਰ ਰਿਹਾ ਹੈ। ਸੁਣਿਓ ਬਸੈ ਦਿਜ ਕਾਂਸੀ ਮਾਹੇ। ਤੇ ਇਹਨੇ ਕਿਤੇ ਪਹਿਲਾਂ ਸੁਣਿਆ ਸੀ, ਕਿਉਂਕਿ ਤੀਰਥਾਂ ਤੇ ਆਉਂਦਾ ਜਾਂਦਾ ਸੀ। ਇਹਨੇ ਸੁਣਿਆ ਸੀ ਵੀ ਇੱਕ ਕਾਂਸੀ ਬਨਾਰਸ ਵਿੱਚ ਸਾਧੂ ਨੇ ਸੁਣਿਆ ਸੀ ਕਿਤੇ ਵੀ ਕਾਂਸੀ ਬਨਾਰਸ ਦੇ ਵਿੱਚ ਕੋਈ ਬੜਾ ਪੁੱਜਿਆ ਹੋਇਆ ਦਵਿਜ ਬ੍ਰਾਹਮਣ ਵਿਦਵਾਨ ਰਹਿੰਦਾ ਹੈ। ਪ੍ਰਥਮ ਜਨਮ ਕੀ ਸੁਧ ਕੋ ਪ੍ਰਾਹੇ। ਤੇ ਉਹ ਸਾਰੇ ਪਹਿਲੇ ਜਨਮ ਦੀ ਸੁਧ ਜਿਹੜੀ ਉਹ ਜਾਣ ਲੈਂਦਾ, ਜਿਵੇਂ ਹਸਤ ਰੇਖਾ ਪੜ੍ਹ ਕੇ ਕੋਈ ਜਾਣ ਲਵੇ, ਕੋਈ ਮਸਤ ਰੇਖਾ, ਕੋਈ ਚਰਨ ਰੇਖਾ, ਜਾਂ ਕੋਈ ਲੱਗਣ ਤਗਣ ਹੁੰਦੇ ਆ ਵੇਖ ਕੇ ਜਾਣ ਲੈਂਦੇ ਆ। ਤੋ ਇਹ ਜਾਣਦਾ ਸਾਧੂ ਵੀ ਇੱਕ ਨਾ ਵੀ ਮੇਰਾ ਕਸੂਰ ਕੋਈ ਹੈ ਨਹੀਂ, ਤੇ ਪਤਾ ਤਾਂ ਕਰੀਏ ਵੀ ਕਿਹਦੀ ਸਜ਼ਾ ਮਿਲੀ ਹੈ। ਇਹਦੇ ਮਨ ਵਿੱਚ ਖਿਆਲ ਆਇਆ ਵੀ ਇੱਕ ਕਾਂਸੀ ਬਨਾਰਸ ਵਿੱਚ ਬ੍ਰਾਹਮਣ ਰਹਿੰਦਾ, ਬਹੁਤ ਵਿਦਿਆ ਪੜ੍ਹਿਆ ਹੋਇਆ ਹੈ। ਉਹ ਪਿਛਲੇ ਜਨਮ ਬਾਰੇ ਜਿਹੜੀ ਵੀ ਉਹ ਜਿਹੜੇ ਹਸਤ ਰੇਖਾ ਜਾਂ ਕੋਈ ਮਸਤਕ ਰੇਖਾ ਆਦਿਕ ਵੇਖ ਕੇ ਉਹ ਦੱਸ ਦਿੰਦਾ ਹੈ। ਕਰਮ ਵਿਭਾਗ ਸੋ ਗ੍ਰੰਥ ਵਿਚਾਰੈ। ਕੋਈ ਕਰਮ ਫਲ ਨਾਮ ਜਾਂ ਕਰਮ ਵਿਪਾਕ, ਕਰਮਾਂ ਦੇ ਫਲ ਦਾ ਉਹ ਗ੍ਰੰਥ ਹੁੰਦਾ ਕੋਈ, ਉਹ ਚੰਗੀ ਤਰ੍ਹਾਂ ਇਸਨੇ ਵਿਚਾਰਿਆ ਹੋਇਆ। ਕਰਮ ਦੱਸਣ ਵਾਲਾ ਜਾਂ ਕਰਮਾਂ ਦਾ ਫਲ ਕਿਵੇਂ ਕੀ ਮਿਲਦਾ ਹੈ, ਉਹ ਗ੍ਰੰਥ ਇਸਨੇ ਪੜ੍ਹਿਆ ਹੋਇਆ ਹੈ। ਦੁਖ ਸੁਖ ਕਾ ਸਭ ਹੇਤ ਉਚਾਰੈ। ਤੇ ਉਹ ਮੈਨੂੰ ਦੱਸੇਗਾ ਵੀ ਦੁੱਖ ਕਿਉਂ ਮਿਲਿਆ, ਸੁੱਖ ਕਿਉਂ ਮਿਲਦਾ, ਦੁੱਖ ਸਭ ਜਿਹੜਾ ਵਾ ਉਹ ਮੈਂ ਬ੍ਰਾਹਮਣ ਕੋਲ ਜਾਵਾਂ ਕਾਂਸੀ ਬਨਾਰਸ, ਉਹ ਮੈਨੂੰ ਦੱਸੇਗਾ। ਗਇਓ ਸਾਧ ਬੂਝਤ ਕਰ ਨਾਮ। ਤੇ ਫਿਰ ਇਹ ਸਾਧੂ ਜਿਹੜਾ ਵਿਚਾਰਾ ਤੁਰਦਾ ਹੋਇਆ ਹੱਥ ਜਾ ਵੱਢਿਆ ਹੋਇਆ ਤੇ ਬਨਾਰਸ ਪਹੁੰਚਿਆ। ਉੱਥੇ ਜਾ ਕੇ ਘਰ ਲੱਭਦਾ ਵੀ ਉਹ ਫਲਾਣਾ ਬ੍ਰਾਹਮਣ ਹੈ। ਉਹ ਪਿਛਲੇ ਜਨਮ ਦਾ ਕੋਈ ਕਰਮ ਫਲ ਵੇਖ ਕੇ ਤੇ ਦੱਸ ਦਿੰਦਾ ਵੀ ਇਹ ਹੁਣ ਤਾਂ ਤੇਰੇ ਨਾਲ ਆ ਕੁਝ ਹੋਇਆ। ਤੇ ਉਹ ਸਾਰਿਆਂ ਤੋਂ ਉੱਥੋਂ ਕਾਂਸੀ ਵਾਲਿਆਂ ਤੋਂ ਪੁੱਛਦਾ ਹੋਇਆ ਬ੍ਰਾਹਮਣ ਦਾ ਘਰ ਲੱਭਦਾ ਹੈ। ਦਿਜਨ ਹੁਤੋ ਬੈਠੀ ਤਿਸ ਧਾਂ ਬਾਮ। ਨੰਨਾ ਅੱਡ ਦਿਜ ਨਾ ਹੋਤੋ, ਦਿਜ ਬ੍ਰਾਹਮਣ ਦਾ ਨਹੀਂ ਹੋਤੋ ਨਹੀਂ ਹੈ ਸੀ। ਬ੍ਰਾਹਮਣ ਤਾਂ ਘਰ ਵਿੱਚ ਹੈ ਨਹੀਂ ਸੀ, ਤੇ ਬ੍ਰਾਹਮਣ ਦੀ ਘਰ ਵਾਲੀ ਜਿਹੜੀ ਆ ਉੱਥੇ ਦੁਆਰੇ ਤੇ ਦਰਵਾਜ਼ੇ ਤੇ ਬਾਹਰ ਬੈਠੀ ਇਸਨੇ ਵੇਖੀ ਹੈ। ਪੂਛਤ ਭਇਓ ਵਿਪਰ ਕਿਤ ਗਇਓ। ਤੇ ਉਹ ਜਾ ਕੇ ਉਹ ਬ੍ਰਾਹਮਣ ਦੇ ਘਰ ਵਾਲੀ ਬ੍ਰਾਹਮਣੀ ਨੂੰ ਪੁੱਛਦਾ ਹੈ ਵੀ ਤੁਹਾਡਾ ਪਤੀ ਕਿੱਥੇ ਆ। ਵੀ ਉਹ ਪ੍ਰਤਾਪੀ ਜਿਹੜਾ ਮਹਾਨ ਬ੍ਰਾਹਮਣ ਬੜਾ ਵਿਦਵਾਨ ਹੈ, ਕੀ ਉਸੇ ਦਾ ਹੀ ਘਰ ਹੈ। ਉਹ ਕਹਿੰਦੀ ਹਾਂ ਘਰ ਤਾਂ ਉਹਦਾ ਹੀ ਹੈ। ਫਿਰ ਪੁੱਛਦਾ ਵੀ ਬ੍ਰਾਹਮਣ ਜੀ ਨੂੰ ਮਿਲਣਾ ਹੈ, ਦੱਸੋ ਬ੍ਰਾਹਮਣ ਜੀ ਉਹ ਮਹਾਂਪੁਰਖ ਕਿੱਥੇ ਹਨ। ਸੁਣ ਤ੍ਰਿ ਹਿਰਦੈ ਰੋਸ ਬਹਕਇਓ। ਉਹ ਸੁਣ ਕੇ ਜਿਹੜੀ ਉਹ ਮਾਈ ਸੀਗੀ ਉਹ ਬਹੁਤ ਗੁੱਸੇ ਵਿੱਚ ਆਈ ਹੈ। ਕੁਛ ਨਿਜ ਪਤ ਕੋ ਗਾਰ ਉਚਾਰੀ। ਉਹ ਪਹਿਲਾਂ ਤਾਂ ਉਹਨੇ ਆਪਦੇ ਘਰ ਵਾਲੇ ਨੂੰ ਗਾਲਾਂ ਕੱਢੀਆਂ ਉਹ ਬ੍ਰਾਹਮਣ ਨੂੰ, ਕਹਿੰਦੀ ਇਹ ਕਿਹੜਾ ਕਿ ਮਹਾਂਪੁਰਸ਼ਾਂ ਦੀ ਐਵੇਂ ਧੱਕੇ ਖਾਂਦਾ ਇੱਥੇ ਬਨਾਰਸ ਦੀਆਂ ਗਲੀਆਂ 'ਚ, ਤੂੰ ਕਿੱਥੋਂ ਆਇਆ। ਉਹਨੇ ਦੱਸਿਆ ਵੀ ਮੈਂ ਤਾਂ ਫਲਾਣੇ ਦੇਸ਼ ਤੋਂ ਚੱਲ ਕੇ ਆਇਆ। ਉਹ ਆਂਦੀ ਇਹਦੇ ਕੋਲ ਕੀ ਹੈ ਇੱਥੇ, ਐਵੇਂ ਆਂਦੀ ਇਹ ਜਿਹੜਾ ਹੈ ਉਹ ਐਸਾ ਹੀ ਹੈ, ਲਪੋਟ ਸੰਖ ਹੈ ਨਹੀਂ ਇਹਦੇ ਪਾਸ ਕੁਝ। ਤੂੰ ਐਵੇਂ ਇੰਨੀ ਦੂਰੋਂ ਚੱਲਦਾ ਆਇਆ ਵੇਖਣ ਨੂੰ, ਤੂੰ ਸਾਧੂ ਲੱਗਦਾ ਹੈ, ਤੇ ਜਿਹਦੇ ਕੋਲ ਆਇਆ ਇਹਦੇ ਪਾਸ ਕੁਛ ਨਹੀਂ ਹੈ। ਇਹ ਇੱਥੇ ਬਨਾਰਸ ਦੀਆਂ ਗਲੀਆਂ ਵਿੱਚ ਧੱਕੇ ਖਾਂਦਾ ਹੈ, ਇਹਨੂੰ ਕੁਝ ਨਹੀਂ ਆਉਂਦਾ। ਨਾਲੇ ਆਪਣੇ ਪਤੀ ਨੂੰ ਬਹੁਤ ਉੱਚੀ ਗਾਲਾਂ ਦੇਣ ਲੱਗੀ ਐ। ਨਿਠਰ ਸਾਧ ਕੋ ਕਹਿ ਕਲਹਾਰੀ। ਤੇ ਫਿਰ ਉਤੋਂ ਉਧਰੋਂ ਹਟੀ ਤੇ ਵਿਚਾਰੇ ਸਾਧ ਨੂੰ ਚੰਬੜੀ, ਉਹਨੂੰ ਵੀ ਬਹੁਤ ਜਿਹੜਾ ਆਪ ਸ਼ਬਦ ਬੋਲੀ ਐ। ਹੱਥ ਜਿਆਦਾ ਵੱਢਿਆ ਹੋਇਆ, ਕਿਤੇ ਇਸ ਪਾਸੋਂ ਦੁਖੀ ਐ। ਤੋ ਰਹਿੰਦੀ ਕਸਰੇ ਮਾਈ ਨੇ ਬਹੁਤ ਇਸ ਜਿਹੜੇ ਵੈ ਸਾਧੂ ਨੂੰ ਉੱਚੀਆਂ ਨੀਵੀਆਂ ਸੁਣਾਈਆਂ ਹਨ। ਬਿਸਮਤ ਰਹਿਓ ਕਹਾਂ ਦਿਜਨਾਰ। ਤੇ ਉਹ ਹੈਰਾਨ ਹੁੰਦਾ ਵੀ ਬ੍ਰਾਹਮਣ ਕਿੱਥੇ, ਬੜਾ ਨਾਂ ਸੁਣਿਆ ਤੇ ਆ ਨਰੜ ਕਿੱਥੋਂ ਟੱਕਰਿਆ ਇਹਨੂੰ, ਵੀ ਐਡਾ ਇਹਦਾ ਪ੍ਰਤਾਪ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਬ੍ਰਾਹਮਣ ਦਾ, ਤੇ ਘਰ ਵਾਲੀ ਜਿਹੜੀ ਆ ਉਹ ਇਹਦੀ ਕਦਰ ਨਹੀਂ ਕਰਦੀ, ਤੇ ਉਹ ਇਹਨੂੰ ਇਹੋ ਜਿਹੀ ਟੱਕਰੀ ਹੈ। ਸੋ ਪੰਡਿਤ ਮੈਂ ਸੁਣਿਓ ਉਦਾਰ। ਤੇ ਮਨ ਚ ਵਿਚਾਰਦਾ ਵੀ ਮੈਂ ਤਾਂ ਸੁਣਿਆ ਸੀ ਵੀ ਬਹੁਤ ਵੱਡਾ ਪੰਡਿਤ ਹੈ, ਬੜਾ ਵਿਦਵਾਨ, ਇਹਦਾ ਨਾਮ ਬੜਾ ਸੁਣਿਆ ਹੈ। ਛਿਰਿਓ ਦੁਆਰ ਬਾਹਰ ਦਿਜ ਆਇਓ। ਤੇ ਇਹ ਅਜੇ ਉੱਥੇ ਖੜਾ ਹੀ ਸੀਗਾ, ਉਹਨੇ ਨੂੰ ਬ੍ਰਾਹਮਣ ਵੀ ਜਿਹੜਾ ਚੱਲਦਾ ਹੋਇਆ ਆਇਆ ਘਰ ਨੂੰ। ਸਭ ਆਪਨੋ ਪ੍ਰਸੰਗ ਸੁਨਾਇਓ। ਤੇ ਸਾਧੂ ਨੇ ਫਿਰ ਸਾਰੀ ਗੱਲ ਦੱਸੀ ਵੀ ਮੈਂ ਇਸ ਕੰਮ ਆਇਆ, ਮੇਰੀ ਉਹ ਰਾਜੇ ਨੇ ਇਸ ਤਰ੍ਹਾਂ ਪਹਿਲਾਂ ਘਰੇ ਲਿਜਾ ਕੇ ਬੜੀ ਪੂਜਾ ਕੀਤੀ, ਤੇ ਫਿਰ ਪੁੱਤਰ ਮਰਨ ਤੇ ਮੇਰਾ ਹੱਥ ਵੱਢ ਸੁੱਟਿਆ। ਤੇ ਮੈਂ ਸੁਣਿਆ ਤੂੰ ਜਾਣਦਾ ਪਿਛਲੇ ਕੋ ਕਰਮ ਵਿਪਾਕ ਜਿਹੜਾ ਜਾਂ ਕਰਮ ਫਲ ਗ੍ਰੰਥ ਪੜ੍ਹਿਆ ਹੋਇਆ, ਤੂੰ ਜਾਣਦਾ
ਤੇ ਮੈਂ ਪੁੱਛਣ ਵਾਸਤੇ ਆਇਆ ਸਾਰਾ ਵਰਤਾਂਤ ਜੋ ਵੀ ਇਹਦੇ ਨਾਲ ਹੋਇਆ ਰਾਜੇ ਦੇ ਘਰ ਵਿੱਚ, ਉਹ ਸਾਰਾ ਹੀ ਇਸਨੇ ਦੱਸ ਦਿੱਤਾ ਹੈ। ਫੇਰ ਕਹੀ ਤਿਸ ਤ੍ਰਿਯ ਕੀ ਬਾਤ। ਤੇ ਕਹਿੰਦਾ ਉਹ ਗੱਲਾਂ ਮੈਂ ਇੱਕ ਹੀ ਪੁੱਛਣ ਆਇਆ ਸਾਂ, ਪਰ ਹੁਣ ਦੋ ਪੁੱਛਾਂਗਾ। ਵੀ ਇੱਕ ਤਾਂ ਮੈਨੂੰ ਇਹ ਦੱਸ ਵੀ ਮੇਰਾ ਹੱਥ ਕਿਉਂ ਵੱਢਿਆ ਹੋਇਆ, ਦੂਜਾ ਇਹ ਦੱਸ ਵੀ ਤੂੰ ਐਡਾ ਬ੍ਰਾਹਮਣ ਹੈ ਤੇ ਆ ਤੇਰੀ ਘਰ ਵਾਲੀ ਕਿੱਦਾਂ ਦੀ ਹੈ, ਇਹ ਤੇਰੀ ਕਦਰ ਨਹੀਂ ਕਰਦੀ। ਇਹ ਦੋ ਗੱਲਾਂ ਦਾ ਮੈਨੂੰ ਜਵਾਬ ਜ਼ਰੂਰ ਦੇਣਾ ਕਰ। ਬੁਝੇ ਗਾਰ ਨਿਕਾਰਤ ਜਾਤ। ਵੀ ਮੈਂ ਤਾਂ ਆ ਕੇ ਪੁੱਛਿਆ ਤੇਰੇ ਬਾਰੇ ਤੇ ਇਹ ਤੈਨੂੰ ਗਾਲਾਂ ਦੇਣ ਲੱਗ ਗਈ ਹੈ, ਨਾਲੇ ਮੈਨੂੰ ਗਾਲਾਂ ਦਿੱਤੀਆਂ ਇਹਨੇ। ਵੀ ਮੈਨੂੰ ਇਹ ਦੱਸ ਵੀ ਇੱਕ ਤਾਂ ਮੇਰੀ ਬਾਂਹ ਕਿਉਂ ਵੱਡੀ ਹੈ ਰਾਜੇ ਦੇ ਦਰ ਘਰ ਵਿੱਚ, ਦੂਜਾ ਇਹ ਹੈ ਵੀ ਤੂੰ ਐਡਾ ਬ੍ਰਾਹਮਣ ਹੈ ਤੇ ਤੇਰੇ ਤੋਂ ਕੀ ਕਸੂਰ ਹੋਇਆ ਪਿਛਲੇ ਜਨਮ ਵਿੱਚ ਵੀ ਜਿਹੜੀ ਤੈਨੂੰ ਆ ਪਤਨੀ ਟੱਕਰੀ ਹੈ, ਤੂੰ ਸੁੱਖ ਵੇਖਿਆ ਹੀ ਕਦੇ ਨਹੀਂ। ਤੂੰ ਇਸ ਤਰ੍ਹਾਂ ਮੈਂ ਪੁੱਛਿਆ ਇਹਨੂੰ ਤੇਰੇ ਬਾਰੇ ਗਾਲਾਂ ਦਿੰਦੀ ਹੈ। ਇਹ ਦੋ ਜਿਹੜੇ ਪ੍ਰਸ਼ਨਾਂ ਦੇ ਜਵਾਬ ਮੈਨੂੰ ਦੇ ਦੇ। ਪੰਡਿਤ ਬੈਠ ਵਿਚਾਰ ਸੁਨਾਇਓ। ਤੇ ਉਹ ਪੰਡਿਤ ਫਿਰ ਬਹਿ ਗਿਆ, ਕਹਿੰਦਾ ਬੈਠ ਸੁਣ। ਪਹਿਲਾਂ ਇਹਨੂੰ ਇਹਦੇ ਉਹ ਬਾਂਹ ਵੱਡੀ ਦਾ ਜੋ ਪਿਛਲਾ ਇਹਦਾ ਕਰਮ ਹੈ ਉਹਦੀ ਬਾਬਤ ਦੱਸਣ ਲੱਗਿਆ ਹੈ। ਕਾਰਨ ਸੁਨਹ ਆਪ ਜਿਸ ਆਇਓ। ਕਹਿੰਦਾ ਪਹਿਲਾਂ ਸਾਧੂ ਜੀ ਇਹ ਸੁਣੋ ਵੀ ਜਿਹੜੇ ਕੰਮ ਨੂੰ ਤੁਸੀਂ ਮੇਰੇ ਪਾਸ ਆਏ ਹੋ ਉਹ ਸਾਰਾ ਕਰਮ ਸੁਣੋ, ਤੁਹਾਡਾ ਕੀ ਹੈ। ਪ੍ਰਥਮ ਜਨਮ ਮਹਿ ਤੁਮ ਦਿਜ ਹੁਤੋ। ਜੋ ਤੁਸੀਂ ਪਹਿਲੇ ਜਨਮ ਵਿੱਚ ਬ੍ਰਾਹਮਣ ਸੀਗੇ, ਉਹ ਇਹਦਾ ਕਰਮ ਫਲ ਵੇਖ ਕੇ ਦੱਸਦਾ ਹੈ। ਕਹਿੰਦਾ ਜੀ ਪਿਛਲੇ ਜਨਮ ਵਿੱਚ ਮਹਾਤਮਾ ਜੀ ਤੁਸੀਂ ਪਹਿਲੇ ਜਨਮ ਵਿੱਚ ਵੀ ਬ੍ਰਾਹਮਣ ਸੀ। ਬੈਠਿਓ ਜਲ ਤਟ ਮੱਜਨ ਕੀਤੋ। ਤੇ ਗੰਗਾ ਦੇ ਕਿਨਾਰੇ ਬੈਠ ਕਰਕੇ ਤੁਸੀਂ ਜਪ ਕਰਨ ਵਾਲੇ ਬਹੁਤ ਤਪੀ ਬ੍ਰਾਹਮਣ ਹੋਏ ਹੋ। ਏਕ ਹਾਥ ਗੋਮੁਖੀ ਮਝਾਰੀ। ਤੇ ਇੱਕ ਹੱਥ ਤੁਸੀਂ ਗੋਮੁਖੀ ਕਹਿੰਦੇ ਹੋ, ਮਾਲਾ ਜੀ ਦੇ ਵਿੱਚ ਜਪਦੇ ਗੁਥਲੀ ਬਣਾਈ ਹੁੰਦੀ, ਜਿਹੜੇ ਗੁਪਤ ਮਾਲਾ ਜਪਦੇ ਆ। ਉਹ ਕਹਿੰਦੇ ਆ ਨਾ ਕਿ ਵਿਖਾਇਆ ਕੋਈ ਇਹਦਾ ਫਲ ਘਟ ਜਾਂਦਾ। ਉਹ ਗੁਥਲੀ ਬਣਾਈ ਹੁੰਦੀ, ਉਹਦੇ ਵਿੱਚ ਹੱਥ ਪਾ ਕੇ ਤੇ ਉਹ ਚਲੋ ਜਪਦੇ ਰਹਿੰਦੇ ਆ ਬ੍ਰਾਹਮਣ ਲੋਕ ਜਿਹੜੇ ਵਾ। ਤੋ ਇਸ ਤਰ੍ਹਾਂ ਉਹ ਗੋਮੁਖੀ ਕਹੀ ਉਹ ਜਿਹੜੀ ਥੈਲੀ ਹੈ, ਤੂੰ ਉਸ ਥੈਲੀ ਵਿੱਚ ਹੱਥ ਰੱਖਦਾ ਸੀ ਜ਼ਿਆਦਾ। ਫੇਰ ਮਾਲਾ ਉੱਚ ਉਸਾਰੀ। ਤੇ ਬੜੀ ਉੱਚੀ ਉਹ ਜਿਹੜੀ ਮਾਲਾ ਉੱਚੀ ਉਚਾਰ ਕੇ ਬੋਲ ਕੇ ਮਾਲਾ ਜਿਹੜੀ ਜਪਦਾ ਸੀ, ਉਹ ਗੋਮੁਖੀ ਵਿੱਚ ਹੱਥ ਪਾ ਕੇ ਤੂੰ ਗੁਪਤ ਰੂਪ ਵਿੱਚ ਮਾਲਾ ਜਪਦਾ ਸੀ। ਹਰੀ ਪਰਮੇਸ਼ਰ ਪ੍ਰਭੂ ਜਿਹੜਾ ਉਹਦਾ ਨਾਮ ਉਚਾਰਦਾ ਸੀ, ਜਪਦਾ ਸੀ। ਤਬ ਇੱਕ ਧੇਨ ਤਰਾਸ ਕੋ ਪਾਏ। ਇਸ ਤਰ੍ਹਾਂ ਇੱਕ ਦਿਨ ਤੂੰ ਜਪ ਰਿਹਾ ਸੀ ਮਾਲਾ, ਤੇ ਇੱਕ ਗਊ ਕਿਤੇ ਪਿੱਛੋਂ ਝੜਕਈ ਤੋਂ ਜਾਂ ਕੋਈ ਆ ਹੁੰਦੇ ਜਿਹੜੇ ਵਾ ਉਹ ਵੱਢਣ ਕੱਟਣ ਵਾਲੇ ਬੁੱਚੜ ਜੇ, ਇਹਨਾਂ ਤੋਂ ਛੁੱਟੀ ਹੋਈ ਡਰਦੀ ਹੋਈ ਦੌੜ ਕੇ ਆਈ। ਤੁਝ ਆਗੈ ਕੋ ਗਈ ਪਲਾਏ। ਤੇ ਲੰਘ ਤੇਰੇ ਅੱਗੋਂ ਦੀ ਗਈ, ਤੇਰੇ ਅੱਗੋਂ ਲੰਘ ਕੇ ਤੇ ਦੌੜਦੀ ਹੋਈ ਤੂੰ ਵੇਖ ਲਈ, ਤੇਰੇ ਪਾਸੋਂ ਲੰਘਦੀ ਹੋਈ। ਪਿੱਛੇ ਆਇਓ ਦੁਸ਼ਟ ਕਸਾਈ। ਤੇ ਉਹਦੇ ਮਗਰੀ ਵੱਢਣ ਵਾਲਾ ਬੁੱਚੜ ਜਿਹੜਾ ਗਊ ਨੂੰ ਵੱਧ ਕਰਨ ਵਾਲਾ, ਹੱਤਿਆ ਕਰਨ ਵਾਲਾ ਕਸਾਈ ਦੌੜਿਆ ਆਇਆ। ਤਿਨ ਬੁੱਝੀ ਇਤ ਦੇਸ਼ ਗੋ ਆਈ। ਉਹਨੇ ਤੇ ਇਥੋਂ ਪੁੱਛਿਆ ਵੀ ਇੱਥੇ ਗਾਂ ਆਈ ਆ ਗਊ ਇੱਕ, ਉਹ ਮੇਥੋਂ ਛੁੱਟ ਕੇ ਦੌੜ ਕੇ ਇਧਰ ਇਸ ਵੱਲ ਆਈ ਤੇਰੇ ਪਾਸੇ ਨੂੰ। ਮੋਣ ਧਰੀ ਮੁਖ ਤੇ ਨਾ ਅਲਾਈ। ਤੇ ਤੂੰ ਨਾਮ ਜਪ ਰਿਹਾ ਸੀ, ਮੁਖੋਂ ਮੋਣ ਧਾਰੀ ਹੋਈ ਸੀ ਤੇ ਬੋਲਿਆ ਮੁਖੋਂ ਕੁਝ ਨਾ। ਗਈ ਇਤ ਹੈ ਕਰ ਸਾਥ ਬਤਾਈ। ਤੇ ਪਰ ਹੱਥ ਕਰ ਦਿੱਤਾ ਇਧਰ ਨੂੰ ਵੀ ਇਸ ਪਾਸੇ ਗਈ ਹੈ, ਹੱਥ ਕਰਕੇ ਤੂੰ ਦੱਸਿਆ ਹੈ। ਜਾਏ ਗਹੀ ਸੋ ਤੇਨ ਵਿਚਾਰੀ। ਤੇ ਉਹ ਝੜਕਈ ਨੇ ਜਾਂ ਵੱਢਣ ਵਾਲੇ ਬੁੱਚੜ ਨੇ ਜਾਓ ਜਿਹੜੀ ਵਾ ਨਿਹੱਕੀ ਬੇਜ਼ਬਾਨ ਪਸ਼ੂ ਗਊ ਪਕੜ ਲਈ। ਲੈ ਨਿਜ ਸਦਨ ਬਿਖੈਤ ਨ ਮਾਰੀ। ਤੇ ਲਿਜਾ ਉਹਨੇ ਆਪਣੇ ਬੁੱਚੜਖਾਨੇ ਜਾਂ ਘਰ ਵਿੱਚ ਉਹ ਗਊ ਵੱਢ ਮਾਰੀ ਹੈ। ਪੂਰ ਬਲੇ ਪੁੰਨਨ ਕੋ ਪਾਏ। ਤੇ ਉਹ ਜਿਹੜੀ ਵਾ ਉਹ ਗਊ ਵੱਢ ਮਾਰੀ। ਤੋ ਇਸ ਤਰ੍ਹਾਂ ਉਹ ਗਊ ਦਾ ਅੰਤ ਹੋਇਆ। ਤੇ ਤੂੰ ਕਿਤੇ ਪਿਛਲੇ ਉਸ ਤੋਂ ਵੀ ਪਿੱਛੇ ਕੋਈ ਹੋਰ ਵੀ ਚੰਗੇ ਕਰਮ ਕੀਤੇ ਹੋਏ ਸੀ, ਕੋਈ ਬਹੁਤ ਭਾਰੇ, ਜਾਂ ਕਹਿ ਲਾ ਵੀ ਜਿਹੜੀ ਤੂੰ ਨਾਮ ਜਪਦਾ ਪਿਆ ਸੀ, ਮਾਲਾ ਜਪ ਰਿਹਾ ਸੀ। ਭਇਓ ਕਿਸਾਈ ਸੁਤ ਨਰ ਜਰਾਏ। ਤੇ ਉਹ ਜਿਹੜਾ ਕਸਾਈ ਹੈ ਉਹਦੇ ਪਿਛਲੇ ਕੋਈ ਚੰਗੇ ਕਰਮ ਸੀਗੇ। ਉਹ ਕਸਾਈ ਜਿਹੜਾ ਰਾਜੇ ਦਾ ਪੁੱਤਰ ਬਣਿਆ, ਜਿਹੜਾ ਮਰਿਆ, ਉਹ ਕਸਾਈ ਹੀ ਰਾਜੇ ਦਾ ਪੁੱਤਰ ਬਣ ਕੇ ਵੱਡੇ ਕਿਤੇ ਕਰਮਾਂ ਦੇ ਸਦਕਾ ਜੰਮਿਆ ਸੀ। ਰਿਪ ਕੀ ਸੁਤਾ ਤੇਨ ਤਨ ਪਾਇਓ। ਤੇ ਜਿਹੜੀ ਉਹ ਰਾਜੇ ਦੀ ਨੂੰਹ ਆਈ ਆ ਨਾ ਵਿਆਹ ਕੇ, ਇਹ ਸਾਧੂ ਜੀ ਉਹ ਗਊ ਹੈ ਜਿਹੜੀ ਤੁਸੀਂ ਮਰਵਾਈ ਹੈ। ਉਹ ਗਊ ਰਾਜੇ ਦੀ ਨੂੰਹ ਦਾ ਰੂਪ ਧਾਰ ਕੇ ਜਾਂ ਕਹਿ ਲਓ ਜਾਂ ਇਸ ਜਾਮੇ ਵਿੱਚ ਆਈ। ਇਹ ਕਿਸੇ ਭਾਵ ਕਹਿ ਲਓ ਵੀ ਇੱਕ ਪਾਸੇ ਜਿਹੜਾ ਝੜਕਈ ਹੈ ਕਸਾਈ ਹੈ,
ਉਹ ਰਾਜੇ ਦਾ ਪੁੱਤਰ ਬਣਿਆ, ਇਹ ਕਿਸੇ ਹੋਰ ਦੇਸ਼ ਦੇ ਰਾਜੇ ਦੀ ਧੀ ਬਣ ਕੇ ਜੰਮੀ ਹੈ। ਹਿਤ ਬਦਲੇ ਸੰਜੋਗ ਬਣਾਇਓ। ਤੇ ਪਰਮੇਸ਼ਰ ਨੇ ਇਹਨਾਂ ਦਾ ਬਦਲਾ ਉਹ ਪੂਰਾ ਕਰਨ ਵਾਸਤੇ ਸੰਜੋਗ ਬਣਾਇਆ, ਇਹਨਾਂ ਦੋਹਾਂ ਦਾ ਵਿਵਾਹ ਰਚਾਇਆ, ਉਹ ਸੰਜੋਗ ਪਰਮੇਸ਼ਰ ਨੇ ਇਹਨਾਂ ਦਾ ਬੰਨ ਦਿੱਤਾ। ਤੇ ਸੋ ਤ੍ਰਿਯ ਨੇ ਸੋ ਨਿਰਪਸਤ ਤੇ ਮਾਰਿਓ। ਉਹ ਪਰਮੇਸ਼ਰ ਨੇ ਉਹ ਜਿਹੜਾ ਸਿਰ ਭਾਰ ਚੜਿਆ ਹੋਇਆ ਸੀ ਗਊ ਮਾਰਨ ਦਾ, ਉਹ ਉਤਾਰ ਦਿੱਤਾ ਹੈ। ਭਾਵ ਉਹ ਇਸਤਰੀ, ਉਹ ਗਊ ਕਹਿ ਲਓ, ਇਸਤਰੀ ਕਹੋ, ਉਹਦੇ ਪਾਸੋਂ ਹੀ ਫਿਰ ਰਾਜੇ ਦਾ ਪੁੱਤਰ ਜਿਹੜਾ ਪਿੱਛੇ ਉਹ ਕਸਾਈ ਸੀਗਾ, ਉਹ ਮਰਵਾਇਆ ਹੈ ਪਰਮੇਸ਼ਰ ਨੇ। ਕਰੇ ਤਰਾਸ ਤੁਮ ਨਾਮ ਉਚਾਰਿਓ। ਤੇ ਇਸ ਤਰ੍ਹਾਂ ਫਿਰ ਉਹ ਡਰਦੀ ਹੋਈ ਨੇ ਤੇਰਾ ਨਾਂ ਲੈ ਦਿੱਤਾ। ਹਾਲਾਂਕਿ ਸਾਧੂ ਨੂੰ ਨਹੀਂ ਪਤਾ ਵੀ ਕਿਹਨੇ ਮਾਰਿਆ ਹੈ, ਪਰ ਇਹ ਬ੍ਰਾਹਮਣ ਦੱਸਦਾ ਹੈ। ਉਹ ਪੰਡਤ ਕਹਿੰਦਾ ਮਾਰਿਆ ਉਹਦੀ ਨੂੰਹ ਨੇ ਹੈ, ਤੇ ਉਹ ਡਰਦੀ ਹੋਈ ਨੇ ਨਾ ਤੇਰੇ ਵੱਲ, ਜਿਵੇਂ ਤੂੰ ਹੱਥ ਕੀਤਾ ਸੀ ਨਾ, ਉਹਨੇ ਤੇਰੇ ਵੱਲ ਹੱਥ ਕਰ ਦਿੱਤਾ ਹੈ। ਹਾਥ ਸਾਥ ਤੈ ਤੈਨ ਬਤਾਈ। ਤੇ ਜਿਹੜੇ ਹੱਥ ਨਾਲ ਤੂੰ ਕਦੇ ਉਹ ਗਊ ਦੱਸੀ ਸੀ ਕਿਸੇ ਸਮੇਂ ਵੀ ਇੱਧਰ ਗਈ ਹੋਈ ਹੈ, ਤਿਸ ਕੋ ਫਲ ਪਾਦੀਨ ਤੇ ਕਟਾਈ। ਉਹਦਾ ਫਲ ਹੈ ਜਿਹੜਾ ਤੂੰ ਹੁਣ ਆਪਦਾ ਹੱਥ ਵਢਾ ਆਇਆ ਹੈ। ਪ੍ਰਭ ਅਨਿਆਇ ਕਰਹਿ ਨਹਿ ਕੈਸੇ। ਇਸ ਲਈ ਸਾਧੂ ਜੀ ਕਦੇ ਮਨ ਵਿੱਚ ਖਿਆਲ ਨਹੀਂ ਲਿਆਉਣਾ ਵੀ ਪ੍ਰਭੂ ਅਨਿਆਂ ਕਰਦਾ। ਦੱਦਾ ਦੋਸ ਨਾ ਦਿਓ ਕਿਸੈ ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਤੋ ਇਹ ਸਾਧੂ ਜੀ ਕਦੇ ਮਨ ਵਿੱਚ ਖਿਆਲ ਨਾ ਲਿਆਈਏ ਕਿ ਪਰਮੇਸ਼ਰ ਅਨਿਆਏ ਕਰਦਾ, ਉਹ ਪੂਰਾ ਨਿਆਂ ਕਰੇ ਕਰਤਾਰ। ਉਹ ਅਕਾਲ ਪੁਰਖ ਪਰਮੇਸ਼ਰ, ਉਹਦਾ ਸਦਾ ਹੀ ਨਿਆਂ ਕਰਦਾ, ਪੂਰਾ ਤੋਲਦਾ ਹੈ। ਕਰੇ ਕਰਮ ਤੇ ਦੇ ਫਲ ਤੈਸੇ। ਤੇ ਜਿਹੜਾ ਕਰਮ ਕਰਦਾ ਨਾ ਕੋਈ ਵੀ, ਉਹਨੂੰ ਉਹੋ ਜਿਹਾ ਫਲ ਜਿਹੜਾ ਵਾ ਉਹ ਮਿਲਦਾ। ਅਸੀਂ ਵੀ ਹੁਣ ਕਈ ਵਾਰੀ ਵੇਖੀਦਾ ਆਪਦੇ ਆਪ ਨੂੰ, ਕਈ ਵੀ ਇੱਥੇ ਦੁੱਖ ਹੈ ਇੱਥੇ ਸੁੱਖ ਹੈ, ਉਹ ਸਿਆਣਪ ਸਾਡੀ ਹੁੰਦੀ ਆ ਵੀ ਨਹੀਂ ਐਸ ਕਾਰਨ ਮਿਲਿਆ, ਐਸ ਕਾਰਨ ਮਿਲਿਆ, ਪਰ ਉੱਥੋਂ ਤੀਕਰ ਆਪਣੀ ਕਿਸੇ ਦੀ ਗਮਤਾ ਨਹੀਂ ਹੈ ਜਿੱਥੋਂ ਤੀਕਰ ਕਰਮਾਂ ਦਾ ਫਲ ਅਸੀਂ ਹੁਣ ਭੋਗ ਰਹੇ ਹਾਂ। ਤੇ ਜਿਹੜਾ ਇਹ ਮਨੁੱਖਾ ਸਰੀਰ ਹੈ, ਇਹ ਸਾਧ ਸੰਗਤ ਜੀ ਕ੍ਰਿਤ ਪੂਰਬ ਕਰਮ ਸੁਭਾ ਸੁਭੰ ਜੋ ਫਲ ਦੇਵਨ ਕੋ ਜਗ ਭੀਤਰ ਆਏ। ਭਾਵ ਰਸ ਅੰਮ੍ਰਿਤ ਗ੍ਰੰਥ ਵਿੱਚ ਇਸ ਤਰ੍ਹਾਂ ਜ਼ਿਕਰ ਆਉਂਦਾ, ਕਹਿੰਦੇ ਕਿ ਜਿਹੜੇ ਚੰਗੇ ਤੇ ਮਾੜੇ ਕੀਤੇ ਹੋਏ ਕਰਮ ਹੈ, ਉਹ ਫਲ ਦੇਣ ਵਾਸਤੇ ਸਾਨੂੰ ਇੱਥੇ ਮਨੁੱਖਾ ਸਰੀਰ ਵਿੱਚ ਉਹ ਕਰਮ ਲੈ ਕੇ ਆਏ ਆ। ਕਰਮ ਹੀ ਸਾਨੂੰ ਇੱਥੇ ਲੈ ਕੇ ਆਏ ਆ। ਕਰਮਾਂ ਦੇ ਸਦਕਾ ਹੀ ਆਪਾਂ ਨੂੰ ਪਤਾ ਲੱਗੇਗਾ ਜਿਹੜੇ ਕੰਮ ਆਪਾਂ ਕਰਦੇ ਆ ਉਹ ਚੰਗੇ ਆ ਚਾਹੇ ਮਾੜੇ ਆ। ਇਹਨਾਂ ਨੂੰ ਸਾਧ ਸੰਗਤ ਜੀ ਕਿਰਿਆ ਕਰਮ ਕਹਿੰਦੇ ਆ, ਜਿਹੜੇ ਹੁਣ ਕਰ ਰਹੇ ਹਾਂ। ਤੋ ਕਿਰਿਆ ਕਰਮ ਜਿਹੜੇ ਬਾਅਦ ਵਿੱਚ ਸਿੰਚਿਤ ਕਰਮ ਬਣਦੇ ਆ। ਸਿੰਚਿਤ ਨਾਮ ਹੁੰਦਾ ਇਕੱਠੇ ਕਰਨ ਦਾ। ਕੰਮ ਕਰੋ, ਕਰਮ ਸ਼ੁਭ ਕਰੋ, ਚੰਗਾ ਕਰੋ, ਮਾੜਾ ਕਰੋ, ਉਹ ਕਿਰਿਆ ਕਰਮ ਜਿਹੜਾ ਹੋ ਰਿਹਾ ਹੈ ਵਰਤਮਾਨ ਵਿੱਚ, ਉਹ ਮੁੜ ਕੇ ਜਦੋਂ ਜੁੜਦੇ ਆ ਨਾ, ਉਹ ਇਹਨੇ ਆਹ ਕੀਤਾ, ਇਹਨੇ ਆਹ ਕੀਤਾ, ਚੰਗਾ ਮਾੜਾ, ਉਹ ਫਿਰ ਸਿੰਚਿਤ ਕਰਮ ਬਣਦੇ ਆ ਇਕੱਠੇ ਹੋਏ ਹੋਏ। ਜਦੋਂ ਪ੍ਰਾਣੀ ਜਾਂਦਾ ਨਾ ਸੰਸਾਰ ਤੋਂ, ਕਹਿੰਦੇ ਨਾਲ ਕੁਝ ਨਹੀਂ ਜਾਂਦਾ, ਜਾਂਦਾ ਉਹ ਸਿੰਚਿਤ ਕਰਮ ਨਾਲ ਜਾਂਦੇ ਆ ਆਪਣੇ। ਉਹ ਜਿਹੜੇ ਸਿੰਚਿਤ ਕਰਮ ਹੁੰਦੇ ਆ ਕੀਤੇ ਹੋਏ, ਫਿਰ ਲੇਖਾ ਹੋਰ ਕਾਹਦਾ ਹੁੰਦਾ? ਲੇਖਾ ਉੱਥੇ ਉਹ ਲੇਖਾ ਸਿੰਚਿਤ ਕਰਮਾਂ ਦਾ ਹੁੰਦਾ। ਉਹ ਚਾਹੇ ਸ਼ੁਭ ਹੈ ਚਾਹੇ ਅਸ਼ੁਭ ਹੈ, ਚੰਗੇ ਮਾੜੇ ਹੈ। ਜਦੋਂ ਸਿੰਚਿਤ ਕਰਮਾਂ ਦਾ ਲੇਖਾ ਹੁੰਦਾ, ਫਿਰ ਉਹਦਾ ਨਿਚੋੜ ਜਿਹੜਾ ਨਿਕਲਦਾ ਹੈ, ਲੇਖਾ ਪੂਰਾ ਹੋਏ ਤੇ ਬਾਕੀ ਨਿਕਲਦਾ ਹੈ। ਜੇ ਚੰਗਾ ਨਿਕਲਿਆ ਤਾਂ, ਜੇ ਮਾੜਾ ਨਿਕਲਿਆ ਤਾਂ। ਉਹ ਫਿਰ ਜਿਹੋ ਜਿਹਾ ਵੀ ਲੇਖਾ ਬਾਕੀ ਨਿਕਲਦਾ ਹੈ, ਉਹਦੇ ਅਨੁਸਾਰ ਫਿਰ ਸਾਨੂੰ ਇੱਥੇ ਮਾਂ ਬਾਪ ਕਿਹੋ ਜਿਹੇ ਮਿਲਣੇ ਆ, ਧਰਤੀ ਕਿਹੜੀ ਮਿਲਣੀ, ਪਿੰਡ ਕਿਹੜਾ, ਸ਼ਹਿਰ ਕਿਹੜਾ, ਆਉਣ ਵਾਲੇ ਸਮੇਂ ਵਿੱਚ ਮਾਇਆ ਕਿੰਨੀ ਮਿਲੇਗੀ, ਜ਼ਮੀਨ ਕਿੰਨੀ ਮਿਲੇਗੀ, ਅੱਗੇ ਪੁੱਤਰ ਹੋਵੇਗਾ, ਅੱਗੇ ਪੋਤਰਾ ਹੋਵੇਗਾ ਕਿ ਨਹੀਂ ਹੋਵੇਗਾ, ਮਾਂ ਕਿਹੋ ਜਿਹੀ ਹੋਵੇਗੀ, ਪਿਤਾ ਦਾ ਸੁਭਾਅ ਕਿਹੋ ਜਿਹਾ ਹੋਵੇਗਾ, ਮੇਰੇ ਬੱਚਿਆਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ, ਜਾਂ ਮੈਨੂੰ ਰੋਜੀ ਰੋਟੀ ਵਾਸਤੇ ਉਪਜੀਵਕਾ ਕਿਹੜੀ ਮਿਲੇਗੀ। ਤੋ ਇਸ ਤੋਂ ਤੀਕਰ ਕਿਦਣ ਪ੍ਰਸ਼ਾਦਾ ਮਿਲੇਗਾ, ਕਿਸ ਦਿਨ ਨਹੀਂ ਮਿਲੇਗਾ, ਇੱਕ ਇੱਕ ਵਸਤੂ ਅਸੰਗਤ ਵੀ ਸੰਗਤ ਵਿੱਚ ਬਹਿਣਾ ਮਿਲੇਗਾ ਕਿ ਨਹੀਂ ਮਿਲੇਗਾ। ਇੱਕ ਇੱਕ ਚੀਜ਼ ਸਾਧ ਸੰਗਤ ਜਿਹੜੀ ਮਿਲੀ ਹੋਈ ਹੈ, ਸਾਰੀ ਸਿੰਚਿਤ ਕਰਮਾਂ ਤੋਂ ਸਾਡੀ ਪ੍ਰਾਲਬਧ ਬਣੀ। ਉਹਨੂੰ ਪ੍ਰਾਲਬਧ ਕਹਿੰਦੇ, ਜਿਹੜੀ ਪ੍ਰਾਪਤ ਹੋਣੀ ਹੈ, ਹੋ ਰਹੀ ਹੈ। ਇਹ ਹੁਣ ਆਪਣੀ ਪ੍ਰਾਲਬਧ ਹੈ ਪਿਛਲੇ ਕਰਮਾਂ ਦੀ। ਉਹ ਕੋਈ ਸਾਧੂ ਸੀ, ਕਹਿੰਦੇ ਉਹ ਕਿਸੇ ਘਰ ਵਿੱਚ ਮੰਗਣ ਆਇਆ। ਉਹ ਕੋਈ ਮਾਈ ਸੀਗੀ ਬੱਚੀ, ਉਹ ਨਾਮ ਬਹੁਤ ਜਪਿਆ ਕਰੇ, ਉਹ ਤੇ ਵਿਵਾਹੀ ਹੈ ਨਹੀਂ ਸੀ, ਕੋਈ ਸੰਜੋਗ ਬਣਿਆ ਉਹੋ ਜਿਹੇ ਮਨਮੁਖਾਂ ਦੇ ਘਰੇ, ਉਹ ਮਾਂ ਬਾਪ ਨੇ ਉਹਦਾ ਵਿਆਹ ਕਰ ਦਿੱਤਾ। ਤੇ ਉਹ ਸਾਧੂ ਤੁਰਦਾ ਫਿਰਦਾ ਕਿਤੇ ਉਧਰ ਵੀ ਚਲਾ ਗਿਆ, ਉਸ ਪਿੰਡ ਵੀ
ਉਹਨੇ ਵੇਖਿਆ ਵੀ ਇਹ ਤਾਂ ਮਨਮੁਖ ਜੇ ਆ ਤੇ ਬੱਚੀ ਬੰਦਗੀ ਵਾਲੀ ਆ ਤੇ ਮਾਂ-ਬਾਪ ਨੇ ਕਿੱਧਰ ਵਿਆਹ ਦਿੱਤੀ ਆ। ਤੇ ਉਹ ਵਿਧੀ ਨਾਲ ਇਸ਼ਾਰੇ ਨਾਲ ਪੁੱਛਦਾ ਉਹ ਬੱਚੀ ਨੂੰ, ਕਹਿੰਦਾ ਪ੍ਰਸ਼ਾਦਾ ਦੇਣ ਜਦੋਂ ਬਾਹਰ ਆਈ ਵੈ ਉਹਨੂੰ ਭੀਖਿਆ ਪਾਉਣ ਵਾਸਤੇ, ਤੇ ਉਹ ਸਾਧੂ ਕਹਿੰਦਾ ਭਈ ਤੇਰਾ ਸਹੁਰਾ ਪਰਿਵਾਰ ਤਾਜ਼ਾ ਖਾਂਦਾ ਕਿ ਬਇਆ ਖਾਂਦਾ? ਉਹ ਵੀ ਹੁਣ ਅੱਗੋਂ ਪਹੁੰਚੀ ਹੋਈ ਸੀ ਉਹ ਬੱਚੀ ਵੀ, ਬਹੁਤ ਭਜਨ ਬੰਦਗੀ ਵਾਲੀ। ਉਹ ਕਹਿੰਦੀ ਬਾਬਾ ਜੀ ਬਇਆ ਖਾਂਦੇ ਆ ਸਾਰੇ। ਉਹ ਸਾਸੋ ਦੀ ਸੁਣਦੀ ਸੀ ਵਿਹੜੇ 'ਚ ਬੈਠੀ। ਉਹ ਆਉਂਦਿਆਂ ਝਗੜਾ ਕੀਤਾ, ਕਹਿੰਦੀ ਏਡੇ ਘਰ ਵਿੱਚ ਤੂੰ ਵਿਆਹੀ ਐ, ਕਿਹੜਾ ਕਹਿੰਦਾ ਤੈਨੂੰ ਅਸੀਂ ਬਇਆ ਖਾਨੇ? ਤੂੰ ਥਾਂ ਸਾਡੀ ਭੰਡੀ ਕਰਦੀ ਓ, ਬਾਹਰ ਧੇਲੇ ਦਾ ਸਾਧੂ ਆਇਆ ਮੰਗਣ ਵਾਲਾ, ਤੂੰ ਕਹਿੰਦੀ ਆ ਕਿ ਬਇਆ ਖਾਂਦੇ ਆ, ਤੈਨੂੰ ਕਿੱਦਣ ਬਇਆ ਖਵਾਇਆ ਸੀ? ਉਹ ਲੜਕੀ ਕਹਿੰਦੀ ਮਾਤਾ ਉਹ ਹੁਣ ਦੀ ਨਹੀਂ ਗੱਲ ਕਰਦਾ। ਉਹ ਪੁੱਛਦਾ ਵੀ ਉਹ ਕਿਤੇ ਪਿਛਲੇ ਕਰਮਾਂ ਦਾ ਹੀ ਖਾਈ ਜਾਂਦੇ ਆ ਕਿ ਏਡੀਆਂ ਕੋਠੀਆਂ ਕਾਰਾਂ ਹੁਣ ਦੀ ਵੀ ਕਮਾਈ ਹੈ? ਤੇ ਮੈਂ ਇਹਨਾਂ ਨੂੰ ਆਖਿਆ ਸਾਧੂ ਨੂੰ ਵੀ ਹੁਣ ਤਾਂ ਇਹਨਾਂ ਦੇ ਪੱਲੇ ਕੱਖ ਨਹੀਂ, ਨਾਮ ਨਹੀਂ ਜਪਦੇ ਤਾਂ ਕਿਤੇ ਬਇਆ ਹੀ ਹੈ, ਇਹ ਪਿੱਛੇ ਹੀ ਕਿਤੇ ਕਮਾਈ ਕੀਤੀ ਹੋਈ ਆ ਤੇ ਉਹ ਬਇਆ ਖਾਂਦੇ ਆ। ਤੇ ਉਹ ਜਿਹੜਾ ਕਰਮ ਹੈ ਸਾਧ ਸੰਗਤ ਜੀ, ਉਹ ਪਿਛਲਾ ਜਿਹੜਾ ਵਾ ਉਹੀ ਅੱਗੇ ਆਣ ਕੇ ਜਿਹੜਾ ਵਾ ਮਿਲੇਗਾ। ਤਾਂ ਫਿਰ ਉਹ ਬ੍ਰਾਹਮਣ ਸਮਝਾਉਂਦਾ ਸਾਧੂ ਨੂੰ ਕਿ ਸਾਧੂ ਜੀ ਪਰਮੇਸ਼ਰ ਅਨਿਆਂ ਨਹੀਂ ਕਰੇਗਾ ਕਦੇ, ਜਦੋਂ ਕਰਦਾ ਅਨਿਆਂ ਹੀ ਕਰਦਾ, ਵਾਹਿਗੁਰੂ ਨਿਆਂ ਹੀ ਕਰਦਾ ਹੈ। ਮਾਮਤ੍ਰਿਯ ਕੋ ਸੁਣ ਲਿਓ ਪ੍ਰਸੰਗ। ਫਿਰ ਉਹ ਕਹਿੰਦਾ ਚਲੋ ਮੇਰਾ ਤਾਂ ਠੀਕ ਹੈ, ਤੇ ਤੂੰ ਆਪਦੀ ਦੱਸ ਵੀ ਤੈਨੂੰ ਇਹੋ ਜਿਹੀ ਘਰ ਵਾਲੀ ਕਿਉਂ ਟੱਕਰੀ ਹੈ? ਉਹ ਕਹਿੰਦਾ ਲੈ ਮੇਰੀ ਘਰ ਵਾਲੀ ਦਾ ਜਿਹੜਾ ਪ੍ਰਸੰਗ ਉਹ ਵੀ ਮੇਰੇ ਹੀ ਕਰਮ ਹੈ ਭਾਈ, ਉਹ ਸੁਣ ਲਾ ਜਿਵੇਂ ਹੋਇਆ ਮੇਰੀ ਘਰ ਵਾਲੀ ਦਾ ਪ੍ਰਸੰਗ ਜੋ ਹੈ। ਨਹਿ ਸੰਸੈ ਕਰੀਐ ਚਿਤ ਸੰਗ। ਵੀ ਆਪਦੇ ਮਨ ਵਿੱਚ ਹੁਣ ਸੰਸਾ ਨਾ ਕਰੀ ਵੀ ਖੌਰੇ ਇਹਨੂੰ ਵੀ ਐਵੇਂ ਹੀ ਕੋਈ ਇਹੋ ਜਿਹਾ ਜਿਹੜਾ ਵਾ ਰਿਸ਼ਤਾ ਟੱਕਰਿਆ ਵਾ, ਇਹ ਵੀ ਮੇਰਾ ਵੀ ਸੰਜੋਗ ਪਿਛਲਾ ਕੀਤਾ ਕਰਮ ਹੈ। ਪੂਰਬ ਜਨਮ ਕਾਗ ਕੋ ਮੇਰਾ। ਉਹ ਕਹਿੰਦਾ ਮੈਂ ਪਿਛਲੇ ਜਨਮ ਵਿੱਚ ਕਾਂ ਸੀਗਾ, ਨਖਿੱਧ ਜੂਨੀ ਨੂੰ ਪ੍ਰਾਪਤ ਸੀ, ਕਊਆ ਸੀ ਪਿਛਲੇ ਜਨਮ ਵਿੱਚ। ਗਧੀ ਤ੍ਰਿਆ ਪਿਠ ਘਾਵਕ ਨੇਰਾ। ਇਹ ਜਿਹੜੀ ਦਰਵਾਜ਼ੇ ਤੇ ਬੈਠੀ ਬੋਲਦੀ ਏ ਪਿਛਲੇ ਜਨਮ ਵਿੱਚ ਗਧੀ ਸੀਗੀ, ਇਹਦਾ ਜਨਮ ਗਧੀ ਦਾ ਸੀਗਾ। ਮੈਂ ਆਇਓ ਪਿਖ ਚੋਂਚ ਚਲਾਈ। ਪਿੱਠ ਘਾਵ ਕਨੇਰਾ, ਤੇ ਇਹ ਜਦੋਂ ਗਧੀ ਦੇ ਜਨਮ ਵਿੱਚ ਸੀ ਨਾ ਪਿਛਲਾ ਜਨਮ ਇਹਦਾ, ਤੇ ਇਹ ਸਾਧੂ ਜੀ ਇਹਦੇ ਲੱਕ ਵਿੱਚ ਬਹੁਤ ਵੱਡਾ ਜ਼ਖਮ ਸੀਗਾ ਇਸ ਦੇ। ਤੇ ਹੁਣ ਮੈਂ ਕਊਆ ਸੀਗਾ ਤੇ ਕਾਂ ਦੀ ਫਿਰ ਜੈਸੀ ਬਿਰਤੀ ਉਹਨੇ ਉਹ ਵੈਸਾ ਹੀ ਕੰਮ ਕਰਨਾ ਹੈ। ਤੋ ਇਹਦੇ ਜ਼ਖਮ ਵਿੱਚ ਕੀੜੇ ਪਏ ਹੋਏ ਸੀਗੇ, ਤੇ ਮੇਰਾ ਜਨਮ ਜਿਹੜਾ ਵਾ ਕਊਆ ਕਾਂ ਦਾ ਸੀਗਾ। ਕਾਂ ਨੂੰ ਇਹ ਗੰਦ ਵਿੱਚ ਮੂੰਹ ਮਾਰਨ ਦੀ ਆਦਤ ਹੁੰਦੀ ਹੈ, ਤੇ ਮੈਂ ਜਾ ਇਹਦੀ ਪਿੱਠ ਵਿੱਚ ਜਿੱਥੇ ਕੀੜੇ ਪਏ ਆ ਜਾ ਆਪਣੀ ਚੁੰਝ ਚਲਾਈ ਹੈ। ਫਸੀ ਆਸਥ ਮਹਿ ਨਹਿ ਨਿਕਸਾਈ। ਤੇ ਉਹ ਇਹਦੇ ਚੂਕਣੇ ਵਿੱਚ ਕਹੋ ਜਾਂ ਹੱਡੀ ਵਿੱਚ ਕਿਸੇ ਤਰ੍ਹਾਂ ਮੇਰੀ ਚੁੰਝ ਜਿਹੜੀ ਵੈ ਨਾ, ਉਹ ਜਦੋਂ ਮੈਂ ਚਲਾਈ ਵੈ ਉਹ ਮਾਸ ਕੱਢਣ ਵਾਸਤੇ ਚੁੰਝ ਉਹਦੇ ਵਿੱਚ ਫਸ ਗਈ। ਜਦ ਸ਼੍ਰੀ ਗੰਗਾ ਜਲ ਵਿਖੇ ਪ੍ਰਵੇਸੀ। ਗੰਗਾ ਦਾ ਕਿਨਾਰਾ ਸੀਗਾ, ਜਦੋਂ ਇਹਨੂੰ ਦਰਦ ਹੋਇਆ ਤੇ ਦੌੜੀ ਤੇ ਗੰਗਾ ਦੇ ਪਾਣੀ ਨੂੰ ਜਾ ਵੜੀ ਆ। ਆਗੇ ਗਮਨਤ ਪੀਰ ਵਿਸ਼ੇਸ਼ੀ। ਤੇ ਜਿਵੇਂ ਜਿਵੇਂ ਮੈਂ ਚੁੰਝ ਖਿੱਚਦਾ ਉਹ ਦਰਦ ਹੁੰਦਾ ਤੇ ਗਾਂਹ ਨੂੰ ਵੱਧਦੀ ਜਾਂਦੀ, ਡੂੰਘੇ ਜਲ ਨੂੰ ਤੁਰੀ ਗਈ ਸੀ। ਜਿਉਂ ਜਿਉਂ ਮੈਂ ਨਿਜ ਚੋਂਚ ਨਿਕਾਰੀ। ਜਿਵੇਂ ਜਿਵੇਂ ਆਪਣੀ ਚੁੰਝ ਮੈਂ ਪਿੱਛੇ ਨੂੰ ਖਿੱਚਦਾ ਜਾਂ ਸਿਰ ਮਾਰਦਾ ਰਿਹਾ ਸੀ, ਤਿਆਂ ਤਿਆਂ ਦੁਖ ਤੇ ਪ੍ਰਵਿਸ਼ ਹੈ ਬਾਰੀ। ਉਵੇਂ ਉਵੇਂ ਜਿਹੜੀ ਇਹ ਗਧੀ ਸੀਗੀ ਉਵੇਂ ਉਵੇਂ ਡੂੰਘੇ ਜਲ ਨੂੰ ਤੁਰੀ ਜਾਂਦੀ ਰਹੀ ਸੀ। ਜਹ ਗੰਭੀਰ ਧਾਰ ਤਹ ਗਈ। ਤੇ ਚੱਲਦੀ ਹੋਈ ਇਹੋ ਜੀ ਜਿੱਥੇ ਗੰਗਾ ਦੀ ਬਹੁਤ ਤੇਜ਼ ਧਾਰਾ ਬੜੀ ਡੂੰਘੇ ਥਾਂ ਵਹਿੰਦੀ ਸੀ। ਫਸੀ ਚੁੰਚ ਵਿੱਚ ਨਹਿ ਨਿਕਸਈ। ਤੇ ਮੇਰੀ ਚੁੰਝ ਫਸੀ ਹੋਈ ਹੱਡੀ ਚੋਂ ਨਾ ਜਦੋਂ ਨਿਕਲੀ, ਅਧਿਕ ਪ੍ਰਵਾਹ ਬਹਾਏ ਦੋ। ਤੇ ਸਾਨੂੰ ਦੋਵਾਂ ਨੂੰ ਉਹ ਪ੍ਰਵਾਹ ਸੀ ਨਾ ਜਿਹੜਾ ਗੰਗਾ ਦਾ, ਉਹ ਦੋਵਾਂ ਨੂੰ ਹੀ ਸਾਨੂੰ ਵਹਾ ਕੇ ਲੈ ਗਿਆ ਗਧੀ ਰੂਪ ਵਿੱਚ। ਇਹ ਵੀ ਗਈ ਰੁੜ ਤੇ ਮੈਂ ਕਾਂ ਸੀਗਾ ਉਸ ਜਨਮ ਵਿੱਚ, ਤੋ ਮੈਂ ਵੀ ਉਸੇ ਨਾਲ ਹੀ ਫਸੀ ਚੁੰਝ ਸਮੇਤ ਹੀ ਨਾਲ ਰੁੜ ਗਿਆ ਸਾਂ। ਬੂਢ ਸਰੀਰ ਤਿਆਗ ਕਰ ਦੋ। ਤੇ ਦੋਵੇਂ ਡੁੱਬੇ ਤੇ ਸਰੀਰ ਅਸੀਂ ਉਹ ਜਾਮਾਂ ਛੱਡ ਗਏ ਸਾਂ। ਸ਼੍ਰੀ ਗੰਗਾ ਜਲ ਕੋ ਫਲ ਭਇਓ। ਇਹ ਗੱਲ ਇਹ ਆ ਵੀ ਗੰਗਾ ਦੇ ਇਸ ਜਲ ਵਿੱਚ ਮਹਾਤਮਾ ਮਹਾਂਪੁਰਸ਼, ਉਹ ਪੁਰਬ ਦਾ ਦਿਹਾੜਾ ਸੀਗਾ ਲਾਗੇ, ਤੇ ਉਹ ਪੁਰਬ ਦਾ ਇਸ਼ਨਾਨ ਚੱਲ ਰਿਹਾ ਸੀ। ਮਹਾਤਮਾ ਬੜੇ ਸਾਧੂਆਂ ਨੇ ਉੱਥੇ ਇਸ਼ਨਾਨ ਕੀਤਾ ਸੀ ਗੰਗਾ ਵਿੱਚ। ਤੋ ਉਹ ਪੁਰਬ ਦੇ ਦਿਨ ਹੋਣ ਕਰਕੇ ਸਾਨੂੰ ਗੰਗਾ ਦੇ ਜਲ ਤੋਂ ਜਿਹੜਾ ਫਲ ਪ੍ਰਾਪਤ ਹੋਇਆ ਡੁੱਬਣ ਕਾਰਨ। ਦੋਹਨ ਵਿਪਰ ਕਰ ਜਨਮ ਸੁਲਿਓ। ਸਾਡਾ ਦੋਹਾਂ ਦਾ ਜਨਮ ਹੀ ਬ੍ਰਾਹਮਣਾਂ ਦੇ ਘਰ ਦਾ ਹੋਇਆ। ਇਹ ਕਿਤੇ ਹੋਰ ਨਗਰ ਵਿੱਚ ਜਾ ਬ੍ਰਾਹਮਣਾਂ ਘਰੇ ਪੈਦਾ ਹੋਈ, ਮੈਂ ਇਸ ਥਾਵੇਂ ਬਨਾਰਸ ਵਿੱਚ ਪੈਦਾ ਹੋਇਆ। ਪੁਨ ਸੰਬੰਧ ਪਾਇਓ ਸੰਗ ਮੇਰਾ। ਤੇ ਫਿਰ ਇਹਦੇ ਨਾਲ ਹੀ ਪਰਮੇਸ਼ਰ ਨੇ ਮੇਰਾ ਸਰਬੰਧ ਜੋੜ ਕਰਵਾ ਦਿੱਤਾ, ਵਿਵਾਹ ਕਰਵਾਇਆ ਹੈ। ਪ੍ਰਥਮ ਜਨਮ ਦੁਖ ਦੀਨ ਬਡੇਰਾ। ਤੇ ਪਹਿਲੇ ਜਨਮ ਵਿੱਚ ਮੈਂ ਇਸ ਨੂੰ ਬਹੁਤ ਦੁੱਖ ਦਿੱਤਾ ਸੀਗਾ। ਉਹ ਜਿਵੇਂ ਉਹ ਹੱਡ ਇਹਦੇ ਚੁੱਭਦੇ ਰਹੇ, ਜਾਂ ਮੈਂ ਮਾਸ ਖਾਣ ਇਹਦੀਆਂ ਬੋਟੀਆਂ ਕੱਢ ਕੱਢ ਕੇ
ਪਿਛਲੇ ਜਨਮ ਵਿੱਚ ਮੈਨੂੰ ਬਹੁਤ ਇਸ ਨੂੰ ਮੈਂ ਦੁੱਖ ਦਿੱਤਾ ਸੀ ਜੋ, ਜਾਂ ਤੇ ਕਹਿ ਕਠੋਰ ਦੁਖ ਦੇਤ। ਤੇ ਇਹ ਹੁਣ ਮੈਂ ਮਾੜਾ ਬੋਲਦੀ, ਇਹਨੂੰ ਚਾਹੇ ਨਹੀਂ ਪਤਾ ਪਰ ਇਹ ਉਹ ਆਪ ਦਾ ਬਦਲਾ ਲੈਂਦੀ ਹੈ। ਪਿਛਲੇ ਉਹ ਜਨਮ ਦੇ ਦੁੱਖ ਜਿਹੜੇ ਹੁਣ ਜਿੰਨਾ ਮੈਂ ਇਹਨੂੰ ਦੁੱਖ ਦਿੱਤਾ ਹੈ, ਓਨਾ ਹੀ ਦੁੱਖ ਜਿਹੜਾ ਹੈ ਉਹ ਮੈਨੂੰ ਦਿੰਦੀ ਹੈ। ਕਿਉਂਕਿ ਵਿਦਵਾਨ ਵਾਸਤੇ ਕੋਈ ਮਾੜਾ ਬਚਨ ਬੋਲੇ, ਵਿਦਵਾਨ ਨੂੰ ਉਹਦੀ ਉਹੀ ਮੌਤ ਹੋ ਜਾਂਦੀ ਹੈ। ਤੋ ਮੈਂ ਏਡਾ ਵੱਡਾ ਵਿਦਵਾਨ ਆ, ਉਹ ਕਹਿੰਦਾ ਸਭ ਮੇਰਾ ਸਤਿਕਾਰ ਕਰਦੇ ਆ, ਇਹ ਮੇਰਾ ਨਿਰਾਦਰ ਕਰਦੀ ਹੈ। ਤੇ ਇਸ ਤਰ੍ਹਾਂ ਜਦੋਂ ਮੇਰੀ ਬੇਇੱਜ਼ਤੀ ਕਰਦੀ ਹੈ ਤੇ ਓਨਾ ਹੀ ਦੁੱਖ ਮੈਨੂੰ ਹੋ ਰਿਹਾ ਜਿੰਨਾ ਕਦੇ ਇਹਨੂੰ ਚੁੰਝ ਮਾਰੀ ਤੋਂ ਹਟਦਾ ਹੁੰਦਾ ਸੀ। ਪੂਰਬ ਕਰਮ ਤਾਹੇ ਫਲ ਲੇਤ। ਇਸ ਕਰਕੇ ਤਾਂ ਮੇਰੇ ਪਿਛਲੇ ਜਨਮ ਦਾ ਹੈ ਨਾ, ਇਹ ਕੀਤੇ ਹੋਏ ਕਰਮਾਂ ਦਾ ਫਲ ਹੈ ਸਾਧੂ ਜੀ, ਜਿਹੜਾ ਹੁਣ ਮੈਨੂੰ ਦੇ ਰਹੀ ਹੈ। ਸੁਨਤ ਸਾਧੁ ਤਬ ਨਿਸਚੈ ਆਇਓ। ਸੁਣ ਕੇ ਉਹ ਸਾਧੂ ਨੂੰ ਵਾਕਈ ਭਰੋਸਾ ਆਇਆ ਵੀ ਇਹ ਬ੍ਰਾਹਮਣ ਦੀ ਗੱਲ ਬਿਲਕੁਲ ਦਰੁਸਤ ਹੈ। ਬਿਨਾ ਕਰਮ ਦੁਖ ਸੁਖ ਨਹਿ ਪਾਇਓ। ਤੇ ਬਿਨਾ ਕਰਮ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਹੇ ਭਾਈ ਤੀਰਥਾ ਜੀ, ਇਹ ਸਾਖੀ ਸੁਣ ਕੇ ਵਿਚਾਰੋ ਵੀ ਬਿਨਾ ਕਰਮ ਤੋਂ ਕਦੇ ਦੁੱਖ ਸੁੱਖ ਨਹੀਂ ਮਿਲਦਾ। ਜਦੋਂ ਦੁੱਖ ਸੁੱਖ ਮਿਲੇਗਾ ਪੁਰਬ ਕੀਤੇ ਹੋਏ ਕਰਮਾਂ ਤੋਂ ਹੀ ਪ੍ਰਾਪਤ ਹੋਵੇਗਾ। ਸ਼੍ਰੀ ਗੁਰ ਭਨੇ ਸਾਚ ਦਿਜ ਕਹਿਓ। ਤੇ ਗੁਰੂ ਗਰੀਬ ਨਿਵਾਜ ਕਹਿੰਦੇ ਆ ਕਿ ਭਾਈ ਤੀਰਥਾ ਜੀ ਸੁਣੋ, ਇਹ ਜੋ ਬ੍ਰਾਹਮਣ ਨੇ ਆਖਿਆ ਉਹ ਬਚਨ ਸੱਚਾ ਹੀ ਆਖਿਆ ਹੈ। ਤੈਨ ਬਤਾਏ ਇਤੋ ਦੁਖ ਲਹਿਓ। ਤੇ ਬਾਂਹ ਕੱਢ ਕੇ ਉਹ ਗਊ ਦੱਸਣ ਦਾ ਕਰਕੇ ਫਿਰ ਬਾਂਹ ਵਢਾਉਣੀ ਪਈ ਇਹ ਦੁੱਖ। ਉਹ ਭਗਤ ਕਬੀਰ ਸਾਹਿਬ ਜੀ ਨੂੰ ਕੋਈ ਕਹਿੰਦਾ ਨਾ, ਉਹ ਭਗਤ ਜੀ ਆਖੇ ਮਾਸ ਖਾਓ, ਤੇ ਭਗਤ ਕਬੀਰ ਜੀ ਕਹਿੰਦੇ ਆ ਕਿ ਕਬੀਰ ਖੂਬ ਖਾਨਾ ਖੀਚਰੀ ਜਾ ਮੈਂ ਅੰਮ੍ਰਿਤ ਲਾਉਣ, ਹੀਰਾ ਰੋਟੀ ਕਾਰ ਨੇ ਗਲਾ ਕਟਾਵੇ ਕੌਣ। ਕਹਿੰਦੇ ਹੁਣ ਮਾਸ ਸ਼ਿਕਾਰ ਕਰਕੇ ਮਾਸ ਖਾਵਾਂਗੇ ਤੇ ਮੁੜ ਕੇ ਕੌਣ ਦੂਜੀ ਵਾਰੀ ਗਲਾ ਕਟਾਉਂਦਾ ਫਿਰੇ, ਪਹਿਲਾਂ ਮਾਰੋ ਫਿਰ ਮਰੋ, ਫਿਰ ਮਾਰੋ ਫਿਰ ਮਰੋ। ਇਹਦੇ ਨਾਲੋਂ ਚੰਗਾ ਖਿਚੜੀ ਖਾਓ, ਉਹਦੇ ਵਿੱਚ ਲੂਣ ਪਾਓ, ਅੰਮ੍ਰਿਤ ਨਾਮ ਘਿਓ ਦਾ ਵੀ ਘਿਓ ਪਾਓ, ਤੇ ਇਹੀ ਖੂਬ ਹੈ, ਇਹੀ ਚੰਗਾ ਹੈ। ਰੁੱਖੀ ਮਿੱਸੀ ਖਾਏ ਕੈ ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤੋ ਇਸ ਤਰ੍ਹਾਂ ਮਹਾਰਾਜ ਦੱਸ ਰਹੇ ਆ ਕਿ ਇਹ ਭਾਈ ਤੀਰਥਾ ਜੀ ਬਸ ਇਹ ਪੂਰਬ ਲਿਖੇ ਹੋਏ ਕਰਮਾਂ ਦਾ ਹੈ। ਜਿਵੇਂ ਗਊ ਦੱਸਣ ਤੇ ਸਾਧ ਨੂੰ ਦੁੱਖ ਪ੍ਰਾਪਤ ਹੋਇਆ ਸੀ, ਇਸ਼ਾਰਤ ਕਰ ਜਿਸ ਹੱਥ ਬਤਾਈ। ਤੇ ਇਸ਼ਾਰਾ ਕਰਕੇ ਜਿਸ ਹੱਥ ਨਾਲ ਇਸ ਸਾਧੂ ਨੇ ਗਊ ਦੱਸੀ ਸੀਗੀ, ਸੋ ਕਟਵਾਏ ਪੀਰ ਕੋ ਪਾਈ। ਤੇ ਉਹ ਕਰਮਾਂ ਦਾ ਫਲ ਹੈ ਭਾਈ। ਜਿਵੇਂ ਗਊ ਨੂੰ ਦਰਦ ਹੋਇਆ, ਉਸੇ ਗਊ ਦੁਆਰਾ ਹੀ ਫਿਰ ਇਹਦਾ ਹੱਥ ਕਟਵਾਇਆ ਗਿਆ, ਫਿਰ ਪ੍ਰਾਪਤ ਹੋਈ ਪੀੜਾ, ਬੜੀ ਦੁੱਖ ਪ੍ਰਾਪਤ ਹੋਇਆ। ਪੁਰਬ ਕਰਮ ਫਲ ਮਿਟਤੋ ਨਾਹੇ। ਇਸ ਕਰਕੇ ਪੂਰਬ ਕਹੀਏ ਪਿਛਲੇ ਹੋਏ ਕੀਤੇ ਹੋਏ ਕਰਮ ਦਾ ਫਲ ਭਾਈ ਤੀਰਥਾ ਜੀ ਕਦੇ ਮਿਟ ਨਹੀਂ ਸਕਦਾ ਹੈ। ਸੀਤਾ ਦੁਖ ਪਾਏ ਬਨ ਮਾਹੇ। ਮਹਾਰਾਜ ਨੇ ਉਹ ਇਸ਼ਾਰੇ ਮਾਤਰ ਦੱਸਿਆ ਵਾ ਕਿ ਸੀਤਾ ਨੇ ਜਿਵੇਂ ਉਹ ਜੰਗਲ ਦੇ ਵਿੱਚ ਵਿਜੋਗ ਦਾ ਦੁੱਖ ਪ੍ਰਾਪਤ ਕੀਤਾ, ਤੋ ਪਿਛਲੇ ਜਨਮ ਦਾ ਉਹ ਸੀਤਾ ਦਾ ਵੀ ਕੋਈ ਜਿਹੜਾ ਹੈ ਉਹ ਕਰਮ ਸੀਗਾ ਜਿਸ ਕਾਰਨ ਉਸ ਨੂੰ ਇਹ ਦੁੱਖ ਪ੍ਰਾਪਤ ਹੋਇਆ। ਉਹ ਇੱਥੇ ਥੋੜੀ ਸਾਖੀ ਲੰਬੀ ਹੈ ਵੀ ਉਹ ਕਾਰਨ ਕੀ ਸੀਗਾ, ਕਿਵੇਂ ਇਹਨਾਂ ਨੂੰ ਇਹ ਜਿਹੜਾ ਵਾ ਸੀਤਾ ਨੂੰ ਸਰਾਪ ਹੋਇਆ। ਉਹ ਬ੍ਰਹਮਾ ਦੇ ਪੁੱਤਰਾਂ ਵੱਲੋਂ ਸਨਾਤਨ ਸੰਤ ਕੁਮਾਰ ਸਨਕ ਸਨੰਦਨ ਤੋਂ ਇਹਨਾਂ ਵੱਲੋਂ ਜਿਵੇਂ ਉਹ ਸਰਾਪ ਹੋਇਆ, ਉਹ ਇੱਥੇ ਚਾਹੇ ਕਵੀ ਜੀਆਂ ਨਹੀਂ ਦੱਸਿਆ ਹੈ। ਤੋ ਕੁਝ ਜਿਹੜਾ ਵਾ ਉਹ ਮਹਾਰਾਜ ਦੀ ਦਇਆ ਨਾਲ ਕੱਲ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ। ਅੱਜ ਕੇਵਲ ਸੰਖੇਪ ਹੀ ਸ਼ਰਵਣ ਕਰੋ ਜੀ। ਗੁਰ ਦਿਜ ਸੰਤ ਤੈਨ ਦੁਖ ਪਾਵੈ। ਇਹ ਤੀਰਥਾ ਜੀ ਚਾਹੇ ਕੋਈ ਗੁਰੂ ਹੈ, ਚਾਹੇ ਕੋਈ ਗੁਰ ਕਹੀਏ ਵੱਡਾ ਹੈ, ਕੋਈ ਬ੍ਰਾਹਮਣ ਹੈ, ਕੋਈ ਸੰਤ ਹੈ, ਕੋਈ ਧੇਣ ਜਿਹੜਾ ਵਾ ਕੋਈ ਗਊ ਹੈ, ਸਭ ਜਿਹੜੇ ਦੁੱਖ ਪ੍ਰਾਪਤ ਕਰਦੇ ਆ, ਸਭ ਨੂੰ ਦੁੱਖ ਮਿਲਦਾ ਹੈ ਕਰਮਾਂ ਦਾ। ਜਿਸ ਕੇ ਸੱਚ ਕਹੇ ਹੋਏ ਜਾਵੈ। ਤੇ ਜਿਹਦੇ ਕਹੇ ਸੱਚ ਹੋ ਜਾਂਦਾ ਹੈ, ਭਾਵ ਉਹ ਪਰਮੇਸ਼ਰ ਸਭ ਦੇ ਨਾਲ ਨਿਆਂ ਕਰਦਾ ਹੈ। ਗੁਰੂ ਗਰੀਬ ਨਿਵਾਜ ਅਕਾਲ ਪੁਰਖ ਜਿਸ ਸੱਚ ਦੇ ਕਿਆਂ ਦੇ ਨਾਲ ਤੁਹਾਨੂੰ ਦੱਸਿਆ ਨਾ ਵੀ ਸੱਚ ਜਿਹੜਾ ਹੈ ਉਹ ਕਈ ਵਾਰੀ ਸੱਚ ਵੀ ਨਰਕਾਂ ਨੂੰ ਲੈ ਜਾਂਦਾ ਹੈ। ਤੋ ਮਹਾਰਾਜ ਜੀ ਉਪਦੇਸ਼ ਦਿੰਦੇ ਸੀ ਵੀ ਸੱਚ ਦਾ ਸੂਖਸ਼ਮ ਭੇਦ ਹੈ, ਉਹ ਮਹਾਰਾਜ ਜੀ ਇੱਥੇ ਖੋਲ ਦਿੱਤਾ ਸਾਖੀ ਸੁਣਾ ਕਰਕੇ। ਇਹ ਤੀਰਥਾ ਜੀ, ਇਹ ਜਿਹੜਾ ਸੱਚ ਹੈ ਜਿਹਦੇ ਕਹਿਣ ਦੇ ਨਾਲ ਇਹੋ ਜਿਹਾ ਹੋ ਜਾਂਦਾ ਹੈ, ਕਿਸੇ ਦੀ ਮੌਤ ਹੋ ਜਾਣੀ ਜਾਂ ਕਿਸੇ ਦਾ ਬੁਰਾ ਹੋ ਜਾਣਾ, ਉਹ ਬ੍ਰਾਹਮਣ ਨੇ ਜਾਂ ਉਹ ਸਾਧੂ ਨੇ ਬਾਂਹ ਕੱਢ ਕੇ ਕੇਵਲ ਗਊ ਹੀ ਦੱਸੀ ਹੈ ਨਾ, ਬੋਲਿਆ ਤਾਂ ਸੱਚ ਹੈ ਵੀ ਇੱਧਰ ਹੀ ਗਈ ਹੈ, ਪਰ ਮਾਰੇ ਕਹਿੰਦੇ ਵੇਖੋ ਫਿਰ ਅਗਲੇ ਜਨਮ ਵਿੱਚ ਹੱਥ ਕਟਾਉਣਾ ਪਿਆ। ਇਸ ਕਰਕੇ ਭਾਈ ਤੀਰਥਾ ਜੀ ਕੋਈ ਸੱਚ ਐਸਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੈ
ਤੋ ਉਹ ਸੱਚ ਬੋਲਣ ਤੋਂ ਵੀ ਗੁਰੇਜ਼ ਕਰਨਾ ਹੈ। ਸੋ ਅਸ ਸਾਚ ਨਰਕ ਮਹਿ ਡਾਰੈ। ਉਹ ਇਹੋ ਜਿਹਾ ਸੱਚ ਤੁਹਾਨੂੰ ਨਰਕ ਨੂੰ ਲੈ ਜਾਵੇਗਾ। ਸੁਮਤਵੰਤ ਨਹਿ ਕਬਹੁ ਉਚਾਰੈ। ਤੇ ਸ਼੍ਰੇਸ਼ਟ ਮਤ ਵਾਲੇ ਇਹੋ ਜਿਹਾ ਸੱਚ ਨਹੀਂ ਕਦੇ ਬੋਲਦੇ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ, ਕਿਸੇ ਦਾ ਬਹੁਤ ਭਾਰੀ ਜਿਹੜਾ ਵਾ ਕਿਸੇ ਨੂੰ ਦੁੱਖ ਪ੍ਰਾਪਤ ਹੋਵੇ। ਜਿਸ ਸੱਚ ਤੇ ਦੁਖ ਪਾਵਹਿ ਪ੍ਰਾਨੀ। ਜਿਸ ਸੱਚ ਬੋਲਣ ਦੇ ਨਾਲ ਪ੍ਰਾਣੀ ਨੂੰ ਦੁੱਖ ਪ੍ਰਾਪਤ ਹੁੰਦਾ ਹੈ। ਸੋ ਨਹਿ ਕਹੈ ਵਿਚਾਰ ਸੁਜਾਨੀ। ਸਿਆਣੇ ਜਿਹੜੇ ਆ ਨਾ ਉਹ ਵਿਚਾਰਦੇ ਹੋਏ ਉਹ ਸੱਚ ਨਹੀਂ ਬੋਲਦੇ। ਇਹੋ ਜਿਹਾ ਕਿਹੜਾ ਸੱਚ? ਜਿਹੜੇ ਸੱਚ ਦੇ ਨਾਲ ਕਿਸੇ ਪ੍ਰਾਣੀ ਤੇ ਵਿਪਤਾ ਬਣੇ, ਚਾਹੇ ਕਿਸੇ ਵੀ ਜੂਨ ਜੀਵ ਤੇ ਬਿਪਤਾ ਬਣੇ। ਸਿਆਣੇ ਜਿਹੜੇ ਪੁਰਸ਼ ਵਾ ਇਹੋ ਜਿਹਾ ਸੱਚ ਨਹੀਂ ਬੋਲਦੇ ਆ। ਅਪਰ ਸਰਬ ਵਿਵਹਾਰ ਮਝਾਰੇ। ਤੇ ਬਾਕੀ ਜਿਹੜੇ ਕੰਮਕਾਰ ਕਰਨੇ ਹਨ ਸੁਖ ਹਿਤ ਪਾਵਨ ਸਾਚ ਉਚਾਰੇ। ਉਹ ਸੱਚ ਬੋਲਣਾ ਹੈ ਤੇ ਸੁਖ ਪ੍ਰਾਪਤ ਹੋਵੇਗਾ। ਸੁਖ ਵਾਸਤੇ ਜਿਹੜਾ ਵਾ ਸੁਖ ਹਿਤ, ਸੁਖ ਪਾਵਨ ਹਿਤ ਭਾਵ ਜੇ ਦੂਜੇ ਕਾਰਾਂ ਵਿਹਾਰਾਂ ਵਿੱਚ ਚਾਹੀਦਾ ਨਾ ਸੁਖ, ਤਾਂ ਮਾਰੇ ਕਹਿੰਦੇ ਭਾਈ ਤੀਰਥਾ ਜੀ ਫਿਰ ਸੱਚ ਬੋਲੋ। ਤੋ ਕਈ ਹੁਣ ਕਹਿੰਦੇ ਆ ਜੀ ਅਸੀਂ ਅੰਮ੍ਰਿਤ ਨਹੀਂ ਛਕਦੇ ਜੀ, ਅਖੇ ਜੀ ਮੈਥੋਂ ਝੂਠ ਬੋਲਣਾ ਪੈਂਦਾ। ਪਰ ਇਹ ਨਹੀਂ ਹੈ ਕਿ ਉੱਥੋਂ ਮਾੜੀ ਮਾੜੀ ਗੱਲ ਤੇ ਉੱਥੇ ਸਹੁੰ ਖਾਈ ਜਾਵੇ ਜਾਂ ਲੈ ਮੇਰਾ ਦਰਬਾਰ ਨੂੰ ਹੱਥ ਹੈ, ਧਰਮ ਦੀ ਸਹੁੰ ਲੱਗੇ ਆ ਇਸ ਤਰ੍ਹਾਂ। ਤੋ ਐਸੀ ਨਹੀਂ, ਥੋੜੀ ਥੋੜੀ ਗੱਲ ਤੇ ਕਸਮਾਂ ਖਾਈ ਜਾਣੀਆਂ। ਕਸਮ ਮਹਾਰਾਜ ਨੇ ਵਰਜੀ ਹੋਈ ਹੈ। ਪਰ ਜਿਹੜਾ ਬਸ ਝੂਠ ਬੋਲਣਾ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਹੈ, ਬੋਲੀ ਹੈ ਸੱਚ ਨਿਆਓ, ਝੂਠ ਨਾ ਬੋਲੀਐ, ਜੋ ਗੁਰੂ ਦੱਸੈ ਵਾਟ ਮੁਰੀਦਾ ਜੋਲੀ ਹੈ। ਤੋ ਸਿੱਖ ਜਿਹੜਾ ਹੈ ਉਹ ਹਮੇਸ਼ਾ ਸੱਚ ਬੋਲੇ। ਪਰ ਮਹਾਰਾਜ ਜੀ ਨੇ ਕੁਝ ਸਪਸ਼ਟ ਕਰ ਦਿੱਤਾ ਵੀ ਸੱਚ ਵਿੱਚ ਬੜਾ ਸੂਖਸ਼ਮ ਭੇਦ ਹੈ, ਬਰੀਕ ਭੇਦ ਹੈ। ਉਹ ਬੋਲਣ ਲੱਗਿਆਂ ਉਸ ਦੀ ਵਿਚਾਰ ਸਿਆਣੇ ਜ਼ਰੂਰ ਰੱਖਦੇ ਆ ਵੀ ਇਸ ਸੱਚ ਦਾ ਨੁਕਸਾਨ ਕੀ ਹੈ। ਪਰ ਇਹਦੇ ਵਾਸਤੇ ਇਹ ਵੀ ਮਹਾਰਾਜ ਕਹਿੰਦੇ ਨਹੀਂ ਕਿ ਆਪਦੇ ਛੋਟੇ ਛੋਟੇ ਮਨੋਰਥ ਸਿੱਧ ਕਰਨ ਵਾਸਤੇ ਸਾਰਾ ਦਿਨ ਝੂਠ ਬੋਲਦੇ ਰਹੋ। ਕਿਸੇ ਵਾਸਤੇ ਝੂਠ ਨਹੀਂ ਬੋਲਣਾ, ਭਾਵ ਕਿਸੇ ਨੂੰ ਦੁੱਖ ਦੇਣ ਵਾਸਤੇ ਜਿਹੜਾ ਵਾ ਉਹਨਾਂ ਝੂਠ ਬੋਲੋ, ਕਿਸੇ ਨੂੰ ਦੁੱਖ ਦਿੰਦਾ ਸੱਚ ਵੀ ਨਾ ਬੋਲੋ। ਪਰ ਜੇਕਰ ਆਪਦੇ ਭਲੇ ਵਾਸਤੇ ਝੂਠ ਬੋਲੋ ਫਿਰ ਮਹਾਰਾਜ ਕਹਿੰਦੇ ਨਰਕਾਂ ਦੇ ਭਾਗੀ ਬਣੋਗੇ। ਝੂਠ ਸਮਾਨ ਪਾਪ ਨਹਿ ਕੋਈ। ਕਿਉਂਕਿ ਝੂਠ ਬੋਲਣ ਦੇ ਬਰਾਬਰ ਵੱਡਾ ਕੋਈ ਹੋਰ ਪਾਪ ਨਹੀਂ ਸੰਸਾਰ ਤੇ। ਕਹੈ ਨ ਕਬਹੂ ਗੁਰ ਸਿੱਖ ਜੋਈ। ਤੇ ਗੁਰੂ ਕਾ ਸਿੱਖ ਜਿਹੜਾ ਵਾ ਮਹਾਰਾਜ ਕਹਿੰਦੇ ਕਦੇ ਐਸਾ ਝੂਠ ਨਹੀਂ ਬੋਲੇਗਾ ਜਿਹਦੇ ਨਾਲ ਬੜਾ ਦੁੱਖ ਪ੍ਰਾਪਤ ਹੋਵੇ, ਦੁਖੀ ਹੋ ਕੇ ਮਰੇ। ਗੁਰੂ ਕਾ ਸਿੱਖ ਹੋ ਕਰਕੇ ਕੋਈ ਝੂਠ ਨਾ ਬੋਲੇ ਭਾਈ। ਜਹ ਪ੍ਰਾਨੀ ਮਰਬੇ ਤੇ ਛੁੱਟੇ। ਤੇ ਜਿੱਥੇ ਕੋਈ ਪ੍ਰਾਣੀ ਮਰਨੇ ਤੋਂ ਛੁੱਟਦਾ ਪਿਆ ਕਿਸੇ ਦੀ ਜਾਨ ਤੇ ਬਣੀ ਹੈ। ਕਿਧੋਂ ਪਰਿਓ ਕਿਹ ਸੰਕਟ ਮਿਟੇ। ਤੇ ਜਾਂ ਕਿਸੇ ਤੇ ਪਿਆ ਹੋਇਆ ਸੰਕਟ ਹੈ ਉਹ ਮਿਟਦਾ ਹੋਵੇ ਤੁਹਾਡੇ ਝੂਠ ਬੋਲਣ ਦੇ ਨਾਲ। ਤਹਾਂ ਝੂਠ ਹੈ ਸਾਚ ਸਮਾਨ। ਉਥੇ ਝੂਠ ਵੀ ਸੱਚ ਦੇ ਬਰਾਬਰ ਹੁੰਦਾ ਹੈ। ਪਰ ਹਿਤ ਹੋਤੇ ਕਰਹਿ ਬਖਾਨ। ਤੇ ਪਰਾਏ ਦਾ ਹਿਤ ਭਲਾ ਹੁੰਦਿਆਂ ਹੋਇਆਂ ਜਿਹੜਾ ਝੂਠ ਬੋਲਣਾ ਹੈ। ਗੁਰ ਤੇ ਬਚਨ ਤੀਰਥੇ ਸੁਨੇ। ਤੋ ਉਹ ਸੱਚ ਵਰਗਾ ਝੂਠ ਹੁੰਦਾ। ਇਹੋ ਜਿਹੇ ਸ਼੍ਰੇਸ਼ਟ ਬਚਨ ਭਾਈ ਤੀਰਥਾ ਜੀ ਨੇ ਮਹਾਰਾਜ ਦੇ ਮੁਖੋਂ ਉਪਦੇਸ਼ ਸੁਣਿਆ ਜਦ। ਕਰੇ ਕਮਾਵਣ ਤਿਮ ਮਨ ਮੰਨੇ। ਤੇ ਮਨ ਵਿੱਚ ਮੰਨੇ ਵੀ ਆ ਤੇ ਕਮਾਈ ਵੀ ਕਰਨੀ ਕੀਤੀ ਆ। ਬੋਲਤ ਸਾਚ ਪਰਮ ਗਤ ਪਾਈ। ਇਸ ਤਰ੍ਹਾਂ ਭਾਈ ਤੀਰਥਾ ਜੀਆਂ ਸਾਰੀ ਜ਼ਿੰਦਗੀ ਸੱਚ ਬੋਲ ਕਰਕੇ ਪਰਮ ਪਦਵੀ ਪ੍ਰਾਪਤ ਕੀਤੀ ਹੈ। ਪਰਿਓ ਰਹਿਓ ਸਤਿਗੁਰ ਸਰਣਾਈ। ਤੇ ਸਦਾ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਚਰਨ ਸ਼ਰਨ ਸਰਣਾਈ ਵਿੱਚ ਮਨ ਕਰਕੇ ਨੀਵਾਂ ਹੋ ਪਏ ਰਹਿਆ ਹੈ। ਬਿਸ਼ਨ ਦਾਸ ਮਾਨਕ ਚੰਦ ਪੂਰੋ। ਤੇ ਇੱਕ ਭਾਈ ਬਿਸ਼ਨ ਦਾਸ ਨਾਮ ਦਾ, ਮਾਨਕ ਚੰਦ ਨਾਮ ਦਾ ਤੀਜਾ ਭਾਈ ਪੂਰੋ ਜੀ। ਤੀਨਹ ਆਏ ਗੁਰੂ ਹਜੂਰੋ। ਇਹ ਤਿੰਨ ਸਿੱਖ ਜਿਹੜੇ ਵਾ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਗੋਇੰਦਵਾਲ ਸਾਹਿਬ ਆਏ। ਇਹਨਾਂ ਦਾ ਜੋ ਪ੍ਰਸੰਗ ਉਹ ਆਪਾਂ ਕੱਲ੍ਹ ਦੇ ਦੀ ਬਾਣ ਵਿੱਚ ਪੜ੍ਹ ਸੁਣ ਲਵਾਂਗੇ। ਇੱਥੇ ਸਮਾਂ ਹੋਇਆ ਸਮਾਪਤੀ ਹੈ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਜਿਵੇਂ ਭਾਈ ਤੀਰਥਾ ਜੀਆਂ ਨੂੰ ਸਾਖੀ ਰਾਹੀਂ ਸਮਝਾਉਣਾ ਕੀਤਾ ਕਿ ਕਿਸੇ ਦਾ ਨੁਕਸਾਨ ਜਿਹੜਾ ਕਰਦਾ ਵਾ ਉਹ ਸੱਚ ਵੀ ਮਾੜਾ, ਤੇ ਕਿਸੇ ਦਾ ਨੁਕਸਾਨ ਕਰਦਾ ਹੈ ਝੂਠ ਬੋਲ ਕੇ ਉਹ ਝੂਠ ਵੀ ਮਾੜਾ, ਜਾਂ ਆਪਣੇ ਭਲੇ ਵਾਸਤੇ ਝੂਠ ਬੋਲਿਆ ਉਹ ਤਾਂ ਬੁਰਾ ਹੀ ਵੈ। ਤੋ ਕਿਸੇ ਦੇ ਭਲੇ ਵਾਸਤੇ ਝੂਠ ਬੋਲਿਆ ਉਹ ਝੂਠ ਵੀ ਚੰਗਾ। ਤੇ ਕਿਸੇ ਦੇ ਭਲੇ ਵਾਸਤੇ ਸੱਚ ਨਾ ਬੋਲਣਾ ਜਿਹੜਾ ਹੈ ਉਹ ਝੂਠ ਤੋਂ ਵੀ ਮਾੜਾ ਹੈ। ਜਾਂ ਇਹੋ ਜਿਹਾ ਸੱਚ ਬੋਲਣਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਉਹ ਮਹਾਰਾਜ ਕਹਿੰਦੇ ਝੂਠ ਤੋਂ ਵੀ ਬੁਰਾ ਹੈ। ਤੋ ਇਹ ਮਹਾਰਾਜ ਦੀ ਪਾਵਨ ਸਿੱਖਿਆ ਆਪ ਸਭ ਸੰਗਤ ਦੇ ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸਭ ਸੰਗਤ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ।
ਨਾਨਕ ਹਰ ਪ੍ਰਭ ਆਪੇ ਮੇਲੇ। ਬੋਲਤ ਸਾਚ ਪਰਮ ਗਤ ਪਾਈ, ਪਰਿਓ ਰਹਿਓ ਸਤਿਗੁਰ ਸ਼ਰਣਾਈ। ਬਿਸ਼ਨ ਦਾਸ ਮਾਨਕ ਚੰਦ ਪੂਰੋ, ਤੀਨਹ ਆਏ ਗੁਰੂ ਹਜੂਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਪੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।